ਜਿਹੜਿਆਂ ਨੂੰ ਮੂਸੇਵਾਲਾ ਚੰਗਾ ਲੱਗਦਾ ਨਾ ਉਹ ਕਿਰਪਾ ਕਰਕੇ ਇੱਥੋਂ ਚਲੇ ਜਾਣ। ਅਦਰਵਾਈਜ਼ ਤੁਹਾਡੀ ਡੰਡੀ ਜਿਹੜੀ ਹੈ ਮੈਂ ਐਸੀ ਗਰਮ ਕਰਨੀ ਹੈ ਕਿ ਬਾਅਦ 'ਚ ਤੁਸੀਂ ਕਹੋਗੇ ਕਿ ਸਾਡੀਆਂ ਮਾਵਾਂ ਤੇ ਭੈਣਾਂ ਤੱਕ ਪਹੁੰਚਦਾ। ਇਹਨੂੰ ਅਕਲ ਦੀ ਗੱਲ ਬਿਲਕੁਲ ਸਮਝ ਨਹੀਂ ਆਉਂਦੀ। ਸੋ ਇਹ ਬੰਦੇ ਨੂੰ ਜੇ ਆਪਾਂ ਹੱਥ ਜੋੜ ਕੇ ਇਹਨੂੰ ਜੀ ਕਰੀ ਜਾਈਏ, ਸਮਝਾਈ ਜਾਈਏ ਤਾਂ ਇਹਨੂੰ ਸਮਝ ਨਹੀਂ ਆਉਣਾ। ਇਹਨੂੰ ਇਹਦੀ ਭਾਸ਼ਾ 'ਚ ਹੀ ਜਵਾਬ ਦੇਣਾ ਪੈਣਾ। ਸੋ ਜਿਹੜੇ ਅਗਲੇ ਲਫੇੜੇ ਨੇ, ਪਹਿਲਾ ਲਫੇੜਾ ਸੀ, ਦੂਜਾ ਆਇਆ, ਤੀਜਾ ਆਇਆ, ਚੌਥਾ ਆ ਗਿਆ। ਹੁਣ ਚੌਥੇ ਦੀ ਭਾਸ਼ਾ ਸਾਰਿਆਂ ਤੋਂ ਜ਼ਿਆਦਾ ਸਟਰੋਂਗ ਹੋਊਗੀ। ਹੁਣ ਜਿਹੜੀ ਪੰਜਵੇਂ ਦੀ ਹੋਊਗੀ ਤਾਂ ਉਹ ਭਾਸ਼ਾ ਜਿਹੜੀ ਹੈ ਉਹ ਇੰਨੀ ਕੁ ਜ਼ਿਆਦਾ ਸਟਰੋਂਗ ਹੋਊਗੀ ਕਿ ਮੇਰਾ ਖਿਆਲ ਨਹੀਂ ਕਹਿੰਦਾ ਕਿ ਕੋਈ ਬੰਦਾ ਉਹਨੂੰ ਬਰਦਾਸ਼ਤ ਕਰ ਪਾਊਗਾ। ਪਰ ਉਹ ਰੀਅਲ ਮੇਜਰ ਸੰਧੂ ਨਹੀਂ ਹੋਊਗਾ, ਉਹ ਲੁੱਚਿਆਂ ਦਾ ਲੁੱਚਾ ਬੰਦਾ ਹੋਊਗਾ। ਜਿਹੋ ਜੀ ਦਵਾਈ ਇਹਨਾਂ ਬਦਮਾਸ਼ਾਂ ਨੂੰ ਚਾਹੀਦੀ ਹੈ ਉਹੋ ਜੀ ਮਿਲੂਗੀ। ਉਦੋਂ ਦੀ ਦਵਾਈ ਮੈਂ ਲਿਖੂੰਗਾ, ਉਦੋਂ ਦੀ ਦਵਾਈ ਮੈਂ ਚਾਹੇ ਆਪ ਗਾਵਾਂ ਚਾਹੇ ਕਿਸੇ ਤੋਂ ਹੋਰ ਸਿੰਗਰ ਤੋਂ ਗਵਾਵਾਂ, ਪਰ ਇਹ ਲਫੇੜੇ ਜਿਹੜੇ ਹੈ ਇਹ ਕੰਟੀਨਿਊਸਲੀ ਵੱਜਦੇ ਰਹਿਣਗੇ। ਰੋਲ ਦੇਣਾ ਨਹੀਂ ਜੀ, ਦੇਖੋ ਰੋਲਣ ਵਾਲੀ ਤਾਂ ਨਹੀਂ ਗੱਲ ਹੈਗੀ, ਪਰ ਜਿਹੜੀ ਗੱਲ ਸਹੀ ਹੈ ਉਹ ਕਰਨੀ ਹੈ। ਹੁਣ ਜਿਹੜਾ 5911 ਇਹਨੂੰ ਅਕਲ ਦੀ ਗੱਲ ਸਮਝ ਨਹੀਂ ਆਉਂਦੀ। ਗਰੀਸ ਤੋਂ ਮੇਰੇ ਭਾਈ ਜੀ ਤੇ ਇਹਨੂੰ ਅਕਲ ਦੀ ਗੱਲ ਬਿਲਕੁਲ ਸਮਝ ਨਹੀਂ ਆਉਂਦੀ। ਸੋ ਇਹ ਬੰਦੇ ਨੂੰ ਜੇ ਆਪਾਂ ਹੱਥ ਜੋੜ ਕੇ ਇਹਨੂੰ ਜੀ ਕਰੀ ਜਾਈਏ, ਸਮਝਾਈ ਜਾਈਏ ਤਾਂ ਇਹਨੂੰ ਸਮਝ ਨਹੀਂ ਆਉਣਾ। ਇਹਨੂੰ ਇਹਦੀ ਭਾਸ਼ਾ 'ਚ ਹੀ ਜਵਾਬ ਦੇਣਾ ਪੈਣਾ। ਸੋ ਜਿਹੜੇ ਅਗਲੇ ਲਫੇੜੇ ਨੇ, ਪਹਿਲਾ ਲਫੇੜਾ ਸੀ, ਦੂਜਾ ਆਇਆ, ਤੀਜਾ ਆਇਆ, ਚੌਥਾ ਆ ਗਿਆ। ਹੁਣ ਚੌਥੇ ਦੀ ਭਾਸ਼ਾ ਸਾਰਿਆਂ ਤੋਂ ਜ਼ਿਆਦਾ ਸਟਰੋਂਗ ਹੋਊਗੀ। ਹੁਣ ਜਿਹੜੀ ਪੰਜਵੇਂ ਦੀ ਹੋਊਗੀ ਤਾਂ ਉਹ ਭਾਸ਼ਾ ਜਿਹੜੀ ਹੈ ਉਹ ਇੰਨੀ ਕੁ ਜ਼ਿਆਦਾ ਸਟਰੋਂਗ ਹੋਊਗੀ ਕਿ ਮੇਰਾ ਖਿਆਲ ਨਹੀਂ ਕਹਿੰਦਾ ਕਿ ਕੋਈ ਬੰਦਾ ਉਹਨੂੰ ਬਰਦਾਸ਼ਤ ਕਰ ਪਾਊਗਾ। ਪਰ ਉਹ ਰੀਅਲ ਮੇਜਰ ਸੰਧੂ ਨਹੀਂ ਹੋਊਗਾ, ਉਹ ਲੁੱਚਿਆਂ ਦਾ ਲੁੱਚਾ ਬੰਦਾ ਹੋਊਗਾ। ਜਿਹੋ ਜੀ ਦਵਾਈ ਇਹਨਾਂ ਬਦਮਾਸ਼ਾਂ ਨੂੰ ਚਾਹੀਦੀ ਹੈ ਉਹੋ ਜੀ ਮਿਲੂਗੀ। ਉਦੋਂ ਦੀ ਦਵਾਈ ਮੈਂ ਲਿਖੂੰਗਾ, ਉਦੋਂ ਦੀ ਦਵਾਈ ਮੈਂ ਚਾਹੇ ਆਪ ਗਾਵਾਂ ਚਾਹੇ ਕਿਸੇ ਤੋਂ ਹੋਰ ਸਿੰਗਰ ਤੋਂ ਗਵਾਵਾਂ, ਪਰ ਇਹ ਲਫੇੜੇ ਜਿਹੜੇ ਹੈ ਇਹ ਕੰਟੀਨਿਊਸਲੀ ਵੱਜਦੇ ਰਹਿਣਗੇ। ਠੀਕ ਹੈ। ਮਨਜੀਤ ਮੁੰਦਰਾ ਜੀ, ਕੀ ਹਾਲ ਚਾਲ ਹੈ? ਮੁੰਦਰਾ ਸਾਹਿਬ ਆਪਣੇ ਸ਼ਹਿਰ ਦਾ ਥੋੜਾ ਨਾਮ ਲਿਖ ਦਿਓ ਕਿ ਤੁਸੀਂ ਕਿੱਥੋਂ। ਮੈਨੂੰ ਲੱਗਦਾ ਪੰਜਾਬ ਇੰਡੀਆ ਵਾਲੇ ਤਾਂ ਸੁੱਤੇ ਪਏ ਨੇ ਇਸ ਵੇਲੇ, ਤਾਂ ਸੁੱਤਿਆਂ ਨੂੰ ਵੀ ਕਿੱਥੇ, ਜਦੋਂ ਬੰਦਾ ਦੁਖੀ ਹੁੰਦਾ ਨੀਂਦ ਵੀ ਨਹੀਂ ਆਉਂਦੀ। ਹੋ ਸਕਦਾ ਤੁਸੀਂ ਜਾਗਦੇ ਹੋ। ਤੇ ਇਹ ਬੰਦਾ 26 ਸਾਲ ਦਾ, ਇਹਨੇ ਕਿਹੜੇ ਕਾਂਡ ਕਰੇ ਜਿਹੜੇ ਸੌਂਗ 'ਚ ਦੱਸਦਾ? ਨਹੀਂ, ਇਹ ਤਾਂ ਦੇਖੋ ਸਿੱਧੀ ਗੱਲ ਕੀ ਹੈ ਕਿ ਜਿਹੜੀਆਂ ਭੇਡਾਂ ਉਹਨਾਂ ਨੂੰ ਗਧਾ ਚਾਹੀਦਾ ਹੁੰਦਾ, ਉਹਨਾਂ ਕੋਲ ਕੋਈ ਗਧਾ ਨਹੀਂ ਸੀ ਤੇ ਗਧੇ ਨੇ ਆ ਕੇ ਹੈਂਚੂ ਕਰ ਦਿੱਤਾ ਤੇ ਉਹ ਭੇਡਾਂ ਸਾਰੀਆਂ ਉਹਦੇ ਮਗਰ ਹੋ ਲੀਆਂ। ਹੁਣ ਅਕਲ ਦਾ ਬੰਦਾ ਤਾਂ ਕੋਈ ਵੀ ਕਦੇ ਇਹਨੂੰ ਸਰਾਹੂਗਾ ਨਹੀਂ, ਕੋਈ ਵੀ ਕਦੇ ਕਹੂਗਾ ਨਹੀਂ ਕਿ ਇਹਨੇ ਕੋਈ ਚੱਜ ਦਾ ਕੰਮ ਕੀਤਾ। ਸੋ ਜਿਹੜਿਆਂ ਨੂੰ ਮੂਸੇਵਾਲਾ ਚੰਗਾ ਲੱਗਦਾ ਨਾ ਉਹ ਕਿਰਪਾ ਕਰਕੇ ਇੱਥੋਂ ਚਲੇ ਜਾਣ। ਅਦਰਵਾਈਜ਼ ਤੁਹਾਡੀ ਡੰਡੀ ਜਿਹੜੀ ਹੈ ਮੈਂ ਐਸੀ ਗਰਮ ਕਰਨੀ ਹੈ ਕਿ ਬਾਅਦ 'ਚ ਤੁਸੀਂ ਕਹੋਗੇ ਕਿ ਸਾਡੀਆਂ ਮਾਵਾਂ ਤੇ ਭੈਣਾਂ ਤੱਕ ਪਹੁੰਚਦਾ। ਉਹ ਸਾਨੂੰ ਬੰਦੇ ਨਹੀਂ ਚੰਗੇ ਲੱਗਦੇ ਹੈ ਨਾ। ਅਸੀਂ ਇਕੱਲੇ ਇਹੋ ਜਿਹੇ ਜਿਹੜੇ ਨਾ ਗਧਿਆਂ ਦੇ ਮਗਰ ਨਹੀਂ, ਇੱਕ ਗਧੇ ਦੇ ਮਗਰ ਨਹੀਂ ਪੈਣਾ। ਅਸੀਂ ਤਾਂ ਗਧਿਆਂ ਦਾ ਜਿਹੜਾ ਸਾਰਾ ਫੀਲਡ ਹੈ ਨਾ ਉਹਦੀ ਐਸੀ ਕੀ ਤੈਸੀ ਕਰਨੀ ਹੈ। ਪਰ ਇਦੋਂ ਪਹਿਲਾਂ ਜਿਹੜਾ ਹੈ ਨਾ ਮੋਹਿਤ ਰਾਜਪੂਤ ਤੇਰੀ ਭੈਣ ਨੂੰ ਜਾ ਕੇ ਨਾ ਇਹ ਗੱਲ ਕਹਿ ਜਿਹੜੀ ਤੂੰ ਕਹਿ ਰਿਹਾ। ਭੁਪਿੰਦਰ ਖਹਿਰਾ ਜੀ, ਕੀ ਹਾਲ ਚਾਲ ਹੈ? ਮਨਜੀਤ ਮੁੰਦਰਾ, ਪਟਿਆਲਾ ਯਾਰ ਮੇਰਾ ਸ਼ਹਿਰ ਹੈ। ਮੈਂ ਉੱਥੇ ਕਾਫੀ ਕੁਛ ਇਹਦੀ ਮਾਤਾ ਨੇ ਗਲਤ ਬੋਲਿਆ ਸੀ ਫੈਨ, ਵਾਹ, ਜਦ ਨਵਾਂ ਆਇਆ ਸੀ ਉਦੋਂ। ਨਹੀਂ, ਇਹਦੇ ਜਿਹੜੇ ਮੰਮੀ ਡੈਡੀ ਹੈ ਨਾ ਜੀ, ਉਹਨਾਂ ਦੀ ਮੈਂਟੈਲਿਟੀ ਹੈ ਉਹ ਵੀ ਮਤਲਬ ਐਸੀ ਹੈ ਕਿ ਗੰਦ ਦੇ ਵਿੱਚੋਂ ਗੰਦ ਪੈਦਾ ਹੁੰਦਾ। ਕਈ ਵਾਰ ਉਹ ਗੰਦ ਦੇ ਵਿੱਚੋਂ ਫੁੱਲ ਵੀ ਖਿੜ ਪੈਂਦੇ ਆ। ਉਪਿੰਦਰ ਸ਼ੈਲੀ, ਕੀ ਹਾਲ ਚਾਲ ਹੈ? ਜਾਗਦੇ ਹੋ ਬਾਈ? ਮੈਂ ਤਾਂ ਸੋਚਿਆ ਕਿ ਤੁਸੀਂ ਸੌਂਗੇ ਹੋਣੇ, ਤਾਂ ਮੇਰੇ ਵਾਲਾ ਕੰਮ ਤੁਸੀਂ ਕਰ ਦਿਓ ਫਿਰ, ਹੈ ਨਾ। ਹੁਣ ਸਾਂਭ ਲਓ ਕਮਾਂਡ ਆਪਣੀ। ਭੁਪਿੰਦਰ ਸਿੰਘ ਖਹਿਰਾ,
ਕੀ ਹਾਲ ਚਾਲ ਨੇ? ਬਿਲਕੁਲ ਠੀਕ ਨੇ। ਸੋਨੂ ਚਾਹਲ ਕੀ ਹਾਲ ਨੇ ਬਾਈ? ਚੜ੍ਹਦੀ ਕਲਾ। ਸੋ ਗੰਦੇ ਜਿਹੜੇ ਐ ਉਹ ਇਕੱਠੇ ਹੋ ਕੇ ਗੰਦ ਜੰਮਦੇ ਐ। ਰਾਜ ਰਾਜਾ ਕੀ ਹਾਲ ਹੈ ਵੀਰ? ਰਾਜ ਰਾਜਾ ਯਾਰ ਮੈਂ ਤੈਨੂੰ ਬਹੁਤ ਲਾਈਕ ਕਰਦਾ, ਆਈ ਲਵ ਯੂ ਬ੍ਰਦਰ, ਹੈ ਨਾ। ਤੇਰੀ ਸਪੀਚ, ਤੇਰੀ ਸਾਰੀਆਂ ਚੀਜ਼ਾਂ। ਅੱਜ ਆਪਾਂ ਨੇ ਆਮ ਆਦਮੀ ਪਾਰਟੀ ਦੀ ਵੀ ਬਾਤ ਕਰਨੀ ਹੈ। ਸੋ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਮੇਰੇ ਵੀਰ ਨੇ ਉਹ ਸਾਰੇ ਕਿਰਪਾ ਕਰਕੇ ਇਕੱਠੇ ਹੋ ਜਾਣ। ਕਾਂਗਰਸ ਦੀ ਵੀ ਗੱਲ ਕਰਨੀ ਹੈ ਅੱਜ ਆਪਾਂ, ਅਕਾਲੀਆਂ ਦੀ ਵੀ ਗੱਲ ਕਰਨੀ ਹੈ ਅੱਜ ਆਪਾਂ, ਆਪਣੇ ਆਪ ਦੀ ਵੀ ਗੱਲ ਕਰਨੀ ਹੈ। ਸੋ ਇਸ ਕਰਕੇ ਤਕਰੀਬਨ ਜਿੰਨੇ ਵੀ ਵਲੰਟੀਅਰ ਨੇ, ਜਿੰਨੇ ਵੀ ਸਾਡੇ ਵੀਰ ਨੇ ਸਾਡੇ ਨਾਲ ਜੁੜੇ ਹੋਏ ਨੇ, ਉਹ ਸਾਰੇ ਉਹਨਾਂ ਤੱਕ ਨਹੀਂ ਸਫਾਈ ਨਹੀਂ ਆਪਾਂ ਦਿੰਦੇ। ਅਸੀਂ ਤਾਂ ਰੋਡ ਕੁੱਟਣੇ ਆ ਭਾਜੀ। ਅਸੀਂ ਤਾਂ ਜਿੱਥੇ ਜਿੱਥੇ ਦੇ ਵੀ ਰੋੜੇ ਉੱਪਰ ਪਏ ਨੇ ਨਾ ਉਹਦੇ ਉੱਤੋਂ ਦੀ ਹੁੰਜਾ ਫੇਰ ਦੇਣਾ। ਅਸੀਂ ਸਫਾਈ ਸਫੂਈ ਵਾਲੀ ਗੱਲ ਨਹੀਂ ਕਰਨੀ। ਸਾਨੂੰ ਸਫਾਈ ਨਹੀਂ ਦੇਣ ਦੀ ਲੋੜ। ਜਦੋਂ ਲੁੱਚਿਆਂ ਨਾਲ ਵਾਹ ਆ ਨਾ ਤਾਂ ਲੁੱਚੀ ਗੱਲ ਅਸੀਂ ਕਰਨੀ ਹੈ, ਕਿਉਂਕਿ ਜੇ ਲੁੱਚੀ ਗੱਲ ਨਹੀਂ ਕਰਾਂਗੇ ਤਾਂ ਇਹਨਾਂ ਨੂੰ ਸਮਝ ਨਹੀਂ ਆਊਗੀ। ਸੋ ਭੇਡਾਂ ਹੁੰਦੀਆਂ, ਨੌਕਰੀ ਘੋੜੀ ਹੁੰਦੀ ਹੈ, ਸ਼ੇਰ ਹੁੰਦਾ। ਠੀਕ ਹੈ। ਮਾਨ ਹਰਮਨ ਜੀ, ਰਾਜ ਰਾਜਾ ਜੀ, ਸਤਿ ਸ਼੍ਰੀ ਅਕਾਲ ਵੀਰੇ। ਬੰਗਿਆਂ ਵਾਲਿਓ ਕੀ ਹਾਲ ਚਾਲ? ਮੈਂ ਤਾਂ ਕਿਹਾ ਕਿਤੇ ਸੌਂ ਗਏ ਹੋਣੇ, ਪਰ ਯਾਰ ਜਿਹੜੇ ਇਨਕਲਾਬੀ ਬੰਦੇ ਹੁੰਦੇ ਉਹਨਾਂ ਨੂੰ ਨੀਂਦ ਕਿੱਥੇ ਆਉਂਦੀ ਹੈ। ਬਾਕੀ ਗੀਤਾਂ ਗੂਤਾਂ ਦਾ ਤਾਂ ਸਿਲਸਿਲਾ ਜਿਹੜਾ ਚੱਲਦਾ ਰਹਿਣਾ। ਅਸੀਂ ਕਿਹੜਾ ਕਿਸੇ ਦੀ ਜੀਭ ਵੱਲ ਦੇਖਣਾ, ਅਸੀਂ ਕਿਹੜਾ ਕਿਸੇ ਦੇ ਬੈਂਕ ਅਕਾਊਂਟ ਵੱਲ ਦੇਖਣਾ। ਅਸੀਂ ਤਾਂ ਆਪਦੇ ਕੋਲੋਂ ਆਪਣਾ ਘਰ ਫੂਕ ਕੇ ਆਪ ਤਮਾਸ਼ਾ ਦੇਖਣਾ ਪੈਂਦਾ, ਤੇ ਉਹਨੂੰ ਜਦੋਂ ਮਰਜ਼ੀ ਆਪਾਂ ਬਾਹਰ ਕਰ ਦਈਏ, ਜਦੋਂ ਮਰਜ਼ੀ ਅੰਦਰ ਕਰ ਦਈਏ। ਹਾਂਜੀ, ਭੇਡਾਂ ਦੂਰ ਰਹਿਣ। ਜੰਟਾ ਕਲੇਸੀ ਕਹਿੰਦਾ ਕਿ ਭੇਡਾਂ ਦੂਰ ਰਹਿਣ। ਭੇਡਾਂ ਨੂੰ ਆਪੇ ਹੀ ਪਤਾ, ਜਦੋਂ ਮੇਰਾ ਚਿਹਰਾ ਦੇਖ ਲੈਂਦੀਆਂ ਭੇਡਾਂ ਆਪੇ ਭੱਜ ਜਾਂਦੀਆਂ। ਜੇ ਮਾੜਾ ਮੋਟਾ ਉਹਨਾਂ ਨੂੰ ਥੋੜਾ ਜਿਹਾ ਲੱਗਦਾ ਵੀ ਹੈ ਕਿ ਬੰਦਾ ਆਕਰਾ ਨਹੀਂ ਹੈਗਾ ਤਾਂ ਉਹ ਮੇਰੇ ਫਿਰ 2-4 ਡਾਇਲੋਗ ਦੇਖ ਕੇ ਭੱਜ ਜਾਂਦੀਆਂ। ਤੇ ਭੇਡਾਂ ਨੇ ਤਾਂ ਆਪਣੀ ਬੇਇੱਜ਼ਤੀ ਕਰਾਉਣੀ ਹੁੰਦੀ ਹੈ ਇੱਥੇ ਆ ਕੇ। ਸੋ ਆਪਾਂ ਗੱਲ ਕਰਾਂਗੇ ਅੱਜ ਪੰਜਾਬ ਦੀ ਜਨਤਾ ਦੀ। ਪੰਜਾਬ ਦੀ ਜਨਤਾ 4-5 ਪਾਸੇ ਖਿੰਡ ਗਈ ਹੈ। ਜਦੋਂ ਕੋਈ ਭੁੱਖਾ ਜਾਨਵਰ ਹੁੰਦਾ ਜਾਂ ਭੁੱਖਾ ਪੰਛੀ ਹੁੰਦਾ, ਉਹਨੂੰ ਜਦੋਂ ਤੁਸੀਂ ਦਾਣੇ ਪਾਉਂਦੇ ਹੋ ਨਾ, ਤਾਂ ਇਹ ਨਹੀਂ ਉਹ ਦੇਖਦਾ ਕਿ ਇਹ ਜ਼ੁਲਮੀ ਬੰਦਾ ਜਿਹੜਾ ਸਾਨੂੰ ਦਾਣੇ ਪਾ ਰਿਹਾ, ਜਾਂ ਇਹ ਬੰਦਾ ਚੰਗਾ ਜਿਹੜਾ ਸਾਨੂੰ ਦਾਣਾ ਪਾ ਰਿਹਾ। ਉਹਨਾਂ ਨੂੰ ਪੇਟ ਦੀ ਭੁੱਖ ਦੀ ਪਈ ਹੁੰਦੀ ਹੈ। ਜਦੋਂ ਪੇਟ ਦੀ ਭੁੱਖ ਵਾਸਤੇ ਕਿਸੇ ਨੂੰ ਭੋਜਨ ਮਿਲਦਾ ਤਾਂ ਉਹ ਭਾਵੇਂ ਬਾਦਲ ਪਾਵੇ, ਭਾਵੇਂ ਕੈਪਟਨ ਪਾਵੇ, ਤਾਂ ਉਹ ਆਪਣੀ ਪੇਟ ਦੀ ਭੁੱਖ ਵੱਲ ਦੇਖਦਾ। ਉਹ ਇਹ ਨਹੀਂ ਦੇਖਦਾ ਕਿ ਇਹ ਦੁਸ਼ਮਣ ਹੈ ਜਾਂ ਕੀ ਹੈ। ਸੋ ਦੂਜਿਆਂ ਨੂੰ ਗਲਤੀ ਦੇਣ ਦੀ ਬਜਾਏ ਅਸੀਂ ਆਪਣੇ ਆਪ ਨੂੰ ਗਲਤ ਮੰਨੀਏ, ਕਿਉਂਕਿ ਜੇ ਅਸੀਂ ਆਪਣੇ ਆਪ ਗਲਤ ਸੀ ਤਾਂ ਅਸੀਂ ਕੈਪਟਨ ਵਰਗੇ ਬੰਦੇ ਚੂਜ਼ ਕੀਤੇ। ਜੇ ਅਸੀਂ ਆਪ ਗਲਤ ਸੀ, ਅਸੀਂ ਬਾਦਲ ਵਰਗਿਆਂ ਨੂੰ ਲਗਾਤਾਰ 15 ਸਾਲ ਰਾਜ ਸੰਭਾਇਆ। ਜੇ ਅਸੀਂ ਆਪ ਗਲਤ ਸੀ ਤਾਂ ਅਸੀਂ ਮੂਸੇ ਵਾਲੇ ਵਰਗੇ ਲੰਡਰ ਜਿਹੜੇ ਹੈ ਆਪਣੀ ਪੰਜਾਬੀ ਕਮਿਊਨਿਟੀ 'ਚ ਪੈਦਾ ਕੀਤੇ। ਅਸੀਂ ਆਪਣੇ ਬੱਚੇ, ਹੁਣ ਦੇਖੋ ਜਾਨਵਰ, ਇੱਕ ਫੀਮੇਲ ਡੌਗ ਹੈ, ਉਹ ਵੀ ਬੱਚੇ ਦਿੰਦੀ ਹੈ ਨਾ। ਤੇ ਜਦੋਂ ਬੱਚੇ ਆਪਣੇ ਆਪ ਆਪਣੇ ਪੈਰਾਂ ਤੇ ਖੜੇ ਨਹੀਂ ਹੁੰਦੇ ਤਾਂ ਉਹਨਾਂ ਦੇ ਨੇੜੇ ਨਹੀਂ ਕਿਸੇ ਨੂੰ ਲੱਗਣ ਦਿੰਦੀ। ਤਾਂ ਉਹ ਅੱਖ ਨਾਲ ਪਰਖਦੀ ਹੈ ਕਿ ਇਹ ਮੇਰੇ ਬੱਚਿਆਂ ਨੂੰ ਕੁੱਟਣਾ ਆ ਜਾਂ ਉਹਨਾਂ ਨੂੰ ਦੁੱਧ ਪਿਆਉਣਾ ਆ ਜਾਂ ਉਹਨਾਂ ਨੂੰ ਨਹਾਉਣਾ ਆ। ਉਸੇ ਬੰਦੇ ਨੂੰ ਇਜਾਜ਼ਤ ਦਿੰਦੀ ਹੈ ਉਹ, ਜਿਹੜਾ ਬੰਦਾ ਉਹਨੂੰ ਲੱਗਦਾ ਹੋਵੇ ਕਿ ਮੇਰੇ ਬੱਚਿਆਂ ਪ੍ਰਤੀ ਇਹ ਸਹੀ ਹੈ। ਤੇ ਅਸੀਂ ਤਾਂ ਉਹ ਜਿਹੜੇ ਜਾਨਵਰਾਂ ਵਾਲੇ ਅਸੂਲ ਨੇ ਉਹ ਵੀ ਭੁੱਲ ਬੈਠੇ ਹਾਂ। ਅਸੀਂ ਤਾਂ ਉਹਨਾਂ ਲੋਕਾਂ ਨੂੰ ਆਪਣੇ ਬੱਚੇ ਫੜਾ ਦਿੱਤੇ ਹੈ ਜਿਹੜੇ ਸਿਰਫ ਤੇ ਸਿਰਫ ਡੂੰਘੇ ਪਾਣੀ 'ਚ ਧੱਕਾ ਦੇ ਕੇ ਉਹਨਾਂ ਨੂੰ ਕਿਸੇ ਵੇਲੇ ਵੀ ਮਾਰ ਸਕਦੇ ਆ। ਅਸੀਂ ਤਾਂ ਇਹ ਵੀ ਨਹੀਂ ਪਰਵਾਹ ਕੀਤੀ ਕਿ ਅਸੀਂ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਸਾਂਭ ਲਈਏ। ਤਾਂ ਕਸੂਰਵਾਰ ਲੋਕ ਨਹੀਂ ਹੈਗੇ। ਜਿਹੜਾ ਠੱਗ ਹੈ, ਜਿਹੜਾ ਚੋਰ ਹੈ, ਉਹਦਾ ਤਾਂ ਕੰਮ ਹੈ, ਉਹਦਾ ਪ੍ਰੋਫੈਸ਼ਨ ਹੈ ਕਿ ਉਹਨੇ ਠੱਗੀ ਮਾਰਨੀ ਜਦੋਂ ਮੌਕਾ ਮਿਲੇ। ਹੁਣ ਜਿਹਦੇ ਤੇ ਠੱਗੀ ਮਾਰਨੀ ਹੈ, ਜੇ ਉਹ ਸੁੱਤਾ ਪਿਆ ਤਾਂ ਉਹਨੂੰ ਠੱਗੀ ਮਾਰਨੀ ਸੌਖੀ ਹੋ ਜਾਂਦੀ ਹੈ। ਪੰਜਾਬ ਦੀ ਜਨਤਾ ਨੂੰ ਸੁੱਤੀ ਪਈ ਨੂੰ ਬਹੁਤ ਸਾਲ ਹੋ ਗਏ ਹੈ, 70 ਸਾਲ ਦੇ ਨੇੜੇ ਹੋ ਗਏ ਹੈ। ਪਹਿਲਾਂ ਵੀ ਇੰਡੀਆ ਸੁੱਤਾ ਹੀ ਪਿਆ ਸੀ ਜਦੋਂ ਮੁਗਲਾਂ ਨੇ ਰਾਜ ਕੀਤਾ। ਫਿਰ ਈਸਟ ਇੰਡੀਆ ਕੰਪਨੀ ਬਣਾ ਕੇ ਗੋਰਿਆਂ ਨੇ ਰਾਜ ਕੀਤਾ, ਉਦੋਂ ਵੀ ਇੰਡੀਆ ਸੁੱਤਾ ਪਿਆ ਸੀ। ਫਿਰ ਕੁਝ ਬੰਦੇ ਉੱਠੇ, ਰਾਜਗੁਰੂ ਸੁਖਦੇਵ, ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਵਰਗੇ,
ਜਿਨ੍ਹਾਂ ਨੇ ਉਹਨਾਂ ਨੂੰ ਫਿਰ ਜੁੱਤੀਆਂ ਦੇ ਨਾਲ ਕੁੱਟਿਆ ਤੇ ਭਜਾਇਆ। ਤਾਂ ਉਸ ਵੇਲੇ ਜਾਗੇ ਇਹ ਲੋਕ, ਤੇ ਉਦੋਂ ਬਾਅਦ ਫਿਰ ਸੌਂ ਗਏ, ਕਿਉਂਕਿ ਉਹ ਬੰਦੇ ਆਪਣਾ ਰੋਲ ਅਦਾ ਕਰਕੇ ਫਾਂਸੀਆਂ ਦੇ ਰੱਸੇ ਚੁੰਮ ਗਏ, ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਤੇ ਫਿਰ ਉਦੋਂ ਬਾਅਦ ਅਸੀਂ ਫਿਰ ਸੌਂ ਗਏ। ਹੁਣ ਅਸੀਂ ਆਪਣੇ ਪ੍ਰੇਰਨਾ ਸਰੋਤ ਐਸੇ ਬੰਦੇ ਬਣਾ ਲਏ ਹੈ ਜਿਨ੍ਹਾਂ ਦੀ ਮੈਂਟਲ ਹਸਪੀਟਲ ਦੇ ਵਿੱਚ ਜਗ੍ਹਾ ਹੋਣੀ ਚਾਹੀਦੀ ਸੀ। ਅਸੀਂ ਆਪਣੇ ਪ੍ਰੇਰਨਾ ਸਰੋਤ ਐਸੇ ਬੰਦੇ ਬਣਾ ਲਏ ਹੈ ਜਿਹੜੇ ਸ਼ਾਇਦ ਜੇਲ੍ਹ 'ਚ ਹੋਣੇ ਚਾਹੀਦੇ ਸੀ ਜਾਂ ਫਾਂਸੀ ਦੇ ਰੱਸੇ ਤੇ ਹੋਣੇ ਚਾਹੀਦੇ ਸੀ, ਜਿਨ੍ਹਾਂ ਨੂੰ ਕੋਰਟ ਵੱਲੋਂ ਇਹ ਸਜ਼ਾ ਮਿਲਣੀ ਚਾਹੀਦੀ ਸੀ ਕਿ ਇਹਨਾਂ ਬੰਦਿਆਂ ਨੂੰ ਇੱਕ ਵੀ ਮਿੰਟ ਜਾਂ ਸਕਿੰਟ ਦਾ ਟਾਈਮ ਨਾ ਦਿੱਤਾ ਜਾਵੇ ਸਮਾਜ ਦੇ ਵਿੱਚ ਜਿਉਣ ਦਾ, ਇਹਨਾਂ ਘਾਣ ਕਰਨ ਵਾਲੇ ਸਮਾਜ ਦਾ। ਤੇ ਉਹ ਤੁਸੀਂ ਕੁਰਸੀਆਂ ਤੇ ਬਿਠਾ ਕੇ ਉਹਨਾਂ ਨੂੰ ਚੌਧਰ ਦੇਤੀ, ਤਾਂ ਕਸੂਰਵਾਰ ਹੋਰ ਨਹੀਂ ਕੋਈ ਹੋਇਆ। ਉਹ ਕਸੂਰਵਾਰ ਤਾਂ ਅਸੀਂ ਹੋ ਗਏ ਜਿਨ੍ਹਾਂ ਨੇ ਵੋਟ ਪਾ ਕੇ ਉਹਨਾਂ ਨੂੰ ਕੁਰਸੀ ਤੇ ਬਿਠਾਇਆ। ਬਹੁਤ ਸਿਆਣੇ ਆ ਅਸੀਂ, ਬਹੁਤ ਫਿਲਾਸਫਰ ਆ ਅਸੀਂ, ਬਹੁਤ ਵੱਡੇ ਸਾਈਕੋਲੋਜਿਸਟ ਆ, ਬੜੇ ਡਾਕਟਰ ਪੈਦਾ ਕੀਤੇ, ਇੰਜੀਨੀਅਰ ਪੈਦਾ ਕੀਤੇ, ਪਰ ਅਸੀਂ ਇੱਕ ਚੰਗੀ ਗਵਰਨਮੈਂਟ ਦਾ ਗਠਨ ਨਹੀਂ ਕਰ ਸਕੇ। ਇਸ ਗਵਰਨਮੈਂਟ ਦਾ ਗਠਨ ਕਰਨ ਵਾਸਤੇ ਸਾਨੂੰ ਕੁਝ ਨਹੀਂ ਸੀ ਚਾਹੀਦਾ, ਸਾਨੂੰ ਕੋਈ ਹਥਿਆਰ ਨਹੀਂ ਸੀ ਚਾਹੀਦੇ, ਸਾਨੂੰ ਕੋਈ ਟੈਂਕ ਨਹੀਂ ਸੀ ਚਾਹੀਦੇ, ਸਾਨੂੰ ਕੋਈ ਰਫੇਲ ਨਹੀਂ ਸੀ ਜਹਾਜ਼ ਚਾਹੀਦੇ ਫਰਾਂਸ ਕੋਲੋਂ। ਸਾਨੂੰ ਕੀ ਚਾਹੀਦਾ ਸੀ? ਸਾਨੂੰ ਚਾਹੀਦਾ ਸੀ ਕਿ ਅਸੀਂ ਇੱਕ ਚੱਜ ਦੇ ਲੀਡਰ ਨੂੰ ਚੁਣ ਕੇ ਵਿਧਾਨ ਸਭਾ 'ਚ ਪਹੁੰਚਦੇ ਜਿਹੜਾ ਲੋਕਾਂ ਦੀ ਗੱਲ ਕਰਦਾ, ਪਰ ਅਜੇ ਤੱਕ ਅਸੀਂ ਉਹਨੂੰ ਨਹੀਂ ਚੁਣ ਸਕੇ। ਅਸੀਂ ਕੋਈ ਆਸ਼ਿਕ ਚੁਣ ਲਿਆ, ਕੋਈ ਸੇਵਾ ਦੇ ਨਾਂ ਤੇ ਠੱਗੀਆਂ ਮਾਰਨ ਵਾਲਾ ਚੁਣ ਲਿਆ, ਤੇ ਜਿਹੜੇ ਸਾਡੇ ਗੀਤਾਂ ਦੀ ਪਸੰਦ ਹੈ ਉਹ ਇੰਨੀ ਗੰਦੀ ਹੋ ਗਈ ਹੈ। ਤੇ ਇਸ ਕਰਕੇ ਗੰਦੇ ਗੀਤ ਜਿਹੜੇ ਹੈ, ਇੱਥੇ ਕਿਸੇ ਕਲਾਕਾਰ ਦਾ ਕਸੂਰ ਨਹੀਂ ਹੈਗਾ, ਤੁਹਾਡੀ ਚੁਆਇਸ ਜਿਹੜੀ ਹੈ ਉਹ ਖਰਾਬ ਹੋ ਗਈ ਹੈ। ਬੁੱਧੀਜੀਵੀ ਡਰਦੇ ਨਹੀਂ ਬੋਲਦੇ ਕਿ ਗਾਲਾਂ ਪੈਣਗੀਆਂ। ਗਾਲਾਂ ਕੱਢਣ ਵਾਲਿਆਂ ਦੀ ਜਿਹੜੀ ਮੈਂਟੈਲਿਟੀ ਹੈ ਉਹ ਸਿੱਖ ਲੋਕ ਨੇ, ਮੈਂਟਲੀ ਸਿੱਖ ਨੇ, ਤੇ ਉਹਨਾਂ ਦਾ ਗੁੱਸਾ ਕਰਨਾ ਜਿਹੜਾ ਉਹ ਬੁੱਧੀਜੀਵੀਆਂ ਨੂੰ ਬਿਲਕੁਲ ਨਹੀਂ ਚਾਹੀਦਾ, ਕਿਉਂਕਿ ਉਹ ਤਾਂ ਆਪਣੇ ਦਿਲ ਦੀ ਭੜਾਸ ਕੱਢਦੇ ਆ। ਉਹਨਾਂ ਦੀ ਭੜਾਸ ਕਿਸੇ ਹੋਰ ਪਾਸੇ ਜਾਂਦੀ ਨਹੀਂ, ਉਹਨਾਂ ਦੀ ਭੜਾਸ ਸਿਰਫ ਤੇ ਸਿਰਫ ਕਿਉਂਕਿ ਨਹੀਂ ਤਾਂ ਉਹਨਾਂ ਦੇ ਅੰਦਰ ਜਿਹੜਾ ਬਰੋਲਾ ਉਹ ਕਿਤੇ ਹੋਰ ਤਰੀਕੇ ਨਾਲ ਨਿਕਲੂਗਾ। ਤੁਸੀਂ ਹੁਣ ਦੇਖੋ, ਜਿਸ ਬੰਦੇ ਦੇ ਅੰਦਰ ਇੰਨਾ ਹੰਕਾਰ, ਇੰਨਾ ਗੁੱਸਾ, ਇੰਨੀ ਮੈਂਟਲ ਸਿਚੁਏਸ਼ਨ ਜਿਹੜੀ ਹੈ ਐਕਸਪਲੋਡ ਹੋਣ ਵਾਲੀ ਬਣ ਜਾਂਦੀ ਹੈ, ਤਾਂ ਉਹਨੇ ਫਟਣਾ ਹੀ ਫਟਣਾ। ਤਾਂ ਗਾਲਾਂ ਦੇ ਥਰੂ ਜਦੋਂ ਫਟਦਾ, ਉਹ ਕਮੈਂਟਾਂ ਦੇ ਵਿੱਚ ਗਾਲਾਂ ਕੱਢਣੀਆਂ ਜਾਂ ਕੁਝ ਹੋਰ ਕੱਢਣਾ, ਤਾਂ ਉਹ ਉਸ ਵੇਲੇ ਉਹ ਆਪਣੀ ਜਿਹੜੀ ਸਿਕਨੈਸ ਹੈ, ਮੈਂਟਲ ਸਿਕਨੈਸ ਹੈ, ਉਹ ਕੱਢ ਲੈਂਦਾ, ਤਾਂ ਉਹ ਬਚਿਆ ਰਹਿੰਦਾ ਸਮਾਜ ਦੇ ਵਿੱਚ। ਲੋਕ ਉਹਨੂੰ ਪਾਗਲਾਂ ਦੇ ਹਸਪਤਾਲ ਭਰਤੀ ਨਹੀਂ ਕਰਾਉਂਦੇ। ਜੇ ਸਪੋਜ਼ ਕਰੋ ਇਹ ਸੋਸ਼ਲ ਮੀਡੀਆ ਨਾ ਹੁੰਦਾ, ਕਮੈਂਟਾਂ ਦੇ ਵਿੱਚ ਗਾਲਾਂ ਕੱਢਣ ਦਾ ਕਿਤੇ ਮੌਕਾ ਨਾ ਮਿਲਦਾ, ਤਾਂ ਉਹਨਾਂ ਨੇ ਕਿਤੇ ਨਾ ਕਿਤੇ ਥਾਣੇ 'ਚ ਬੰਦ ਹੋਣਾ ਸੀ, ਕਿਤੇ ਨਾ ਕਿਤੇ ਜੇਲ੍ਹ 'ਚ ਬੰਦ ਹੋਣਾ ਸੀ, ਫਿਰ ਹੋਰ ਪੰਗਾ ਪੈਣਾ ਸੀ, ਘਰਦਿਆਂ ਨੂੰ ਤਕਲੀਫ ਹੋਣੀ ਸੀ, ਉਹਨਾਂ ਨੂੰ ਆਪਣੇ ਆਪ ਤਕਲੀਫ ਹੋਣੀ ਸੀ। ਪਰ ਇਹ ਇੱਕ ਆਊਟਲੈਟ ਹੈ। ਹੁਣ ਤੁਸੀਂ ਦੇਖੋ, ਗਾਲਾਂ ਕੱਢਣ ਵਾਲੇ ਦਾ ਜਾਂ ਵਿਸਫੋਟ ਹੋਣ ਵਾਲੇ ਬੰਬ ਦਾ ਕੀ ਫਰਕ ਹੈ? ਬੰਬ ਐਵੇਂ ਨਹੀਂ ਫਟਦਾ, ਉਹਦੇ ਵਿੱਚ ਫਟਣ ਵਾਲੀ ਸਮੱਗਰੀ ਹੁੰਦੀ ਹੈ, ਉਹਦੇ ਵਿੱਚ ਬਾਰੂਦ ਹੁੰਦਾ, ਉਹਦੇ ਵਿੱਚ ਹੋਰ ਮਟੀਰੀਅਲ ਹੁੰਦਾ। ਜਦੋਂ ਉਹ ਫਟਦਾ ਤਾਂ ਫਿਰ ਉਹ ਬਹੁਤ ਵੱਡਾ ਨੁਕਸਾਨ ਕਰਦਾ। ਜਿਹੜਾ ਸੋਸ਼ਲ ਮੀਡੀਆ ਇੱਕ ਗੱਲੋਂ ਉਹ ਬਹੁਤ ਵਧੀਆ ਹੈ ਕਿ ਜਿਹੜੇ ਗਾਲਾਂ ਕੱਢਣ ਵਾਲੇ ਬੰਦੇ ਨੇ ਜਾਂ ਜਿਹੜੇ ਕਰੋਧੀ ਬੰਦੇ ਨੇ ਉਹ ਆਪਣਾ ਕਰੋਧ ਕਮੈਂਟਾਂ 'ਚ ਕੱਢ ਲੈਂਦੇ ਆ। ਪਰ ਮੈਂ ਸਾਰਿਆਂ ਨੂੰ, ਵੀਰਾਂ ਨੂੰ, ਜਿੰਨੇ ਬੁੱਧੀਜੀਵੀ ਲੋਕ ਨੇ ਜਾਂ ਜਿੰਨੇ ਇੱਥੇ ਜੁੜੇ ਹੋਏ ਨੇ, ਉਹਨਾਂ ਨੂੰ ਮੈਂ ਇਹੀ ਕਹੂੰਗਾ ਕਿ ਇਹ ਉਹਨਾਂ ਦੀ ਚੀਜ਼ ਹੈ, ਇਹ ਉਹਨਾਂ ਦੀ ਸੋਚ ਹੈ। ਤੁਸੀਂ ਆਪਣੇ ਖੋਪੜੇ ਤੇ ਇਹਦਾ ਅਸਰ ਕਰਨਾ ਬੰਦ ਕਰ ਦਿਓ, ਕਿਉਂਕਿ ਇਹ ਸਿੱਖ ਲੋਕ ਨੇ, ਇਹ ਉਹ ਲੋਕ ਨੇ ਜਿਨ੍ਹਾਂ ਨੂੰ ਗਲੀ ਮਹੱਲੇ 'ਚ ਕੋਈ ਨਹੀਂ ਪੁੱਛਦਾ, ਇਹਨਾਂ ਉਹ ਲੋਕ ਨੇ ਜਿਨ੍ਹਾਂ ਨੂੰ ਮਾਂ ਮਣ ਦੀਆਂ ਗਾਲਾਂ ਕੱਢਦੀ ਹੈ ਹਨਾ। ਇਹ ਉਹ ਲੋਕ ਨੇ ਜਿਹੜੇ ਮੇਰੇ ਖਿਆਲ 10-12 ਤਰ੍ਹਾਂ ਦੇ ਨਸ਼ੇ ਕਰਦੇ ਹੋਣੇ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਹੋਰ ਕੋਈ ਨਹੀਂ ਦਿਸਦਾ, ਜਿਨ੍ਹਾਂ ਨੂੰ ਲੰਡਰ ਕਲਾਕਾਰ ਦਿਸਦੇ ਨੇ, ਤੇ ਉਹਨਾਂ ਦੀ ਜਿਹੜੀ ਮੈਂਟੈਲਿਟੀ ਹੈ ਉਹ ਗਾਲਾਂ ਕੱਢਣ ਵਾਲੀ ਹੀ ਹੈ। ਉਹ ਤੁਹਾਨੂੰ ਸੁਖਮਨੀ ਸਾਹਿਬ ਦਾ ਪਾਠ ਨਹੀਂ ਸੁਣਾਉਣ ਲੱਗੇ, ਉਹ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬਾਣੀ ਦੇ ਅਰਥ ਨਹੀਂ ਤੁਹਾਨੂੰ ਦੱਸਣ ਲੱਗੇ। ਉਹਨਾਂ ਦੇ ਕੋਲ ਤਾਂ 2-4 ਚੀਜ਼ਾਂ ਜਿਹੜੀਆਂ ਉਹਨਾਂ ਨੇ ਊਤ ਬੰਦਿਆਂ ਤੋਂ ਸਿੱਖੀਆਂ ਨੇ, ਸਿਰਫ ਤੇ ਸਿਰਫ ਉਹੀ ਨੇ। ਸੋ ਉਹਨਾਂ ਨੂੰ, ਉਹਨਾਂ ਦਾ ਗੁੱਸਾ, ਉਹਨਾਂ ਦਾ ਵਿਸਫੋਟ ਤੁਸੀਂ ਆਪਣੇ ਖੋਪੜੇ ਤੇ ਲੈਣਾ ਜਿਹੜਾ ਹੈ ਨਾ, ਉਹ ਤੁਹਾਡੇ ਲਈ ਚੰਗਾ ਨਹੀਂ, ਤੁਹਾਡੇ ਲਈ ਬੇਹੱਦ ਖਰਾਬ ਹੈ।
ਹੁਣ ਮੈਂ ਇੱਕ ਆਰਟਿਸਟ ਬੰਦਾ, मैं लिख सकदा, मैं गा सकदा। ਜਦੋਂ ਵੀ मैं कोई गल करनी हुंदी है, ਹੁਣ मैं कविता राहीं ਜਾਂ गीत राहीं ਜਾਂ ਤੁਸੀਂ ਟੈਲੀਵਿਜ਼ਨ ਤੇ ਮੇਰਾ ਪ੍ਰੋਗਰਾਮ ਦੇਖੋਗੇ ਕਿ मैं ਕਦੇ ਵੀ ਸਤਿ ਸ੍ਰੀ ਅਕਾਲ ਨਾਲ ਪ੍ਰੋਗਰਾਮ ਨਹੀਂ ਸ਼ੁਰੂ ਕਰਦਾ। मैं ਹਮੇਸ਼ਾ ਜਦੋਂ ਸ਼ੁਰੂ ਕਰਦਾ ਪ੍ਰੋਗਰਾਮ ਤਾਂ मैं ਇੱਕ ਕਵਿਤਾ ਦੇ ਨਾਲ ਸ਼ੁਰੂ ਕਰਦਾ। ਸਤਿ ਸ੍ਰੀ ਅਕਾਲ ਨੂੰ ਮੈਂ ਇੰਨਾ ਇੰਪੋਰਟੈਂਟ ਨਹੀਂ ਸਮਝਦਾ ਜਿੰਨਾ ਮੈਂ ਮਸਲਾ ਜਾਂ ਸਬਜੈਕਟ ਜਿਹੜਾ ਉਹ ਜ਼ਰੂਰੀ ਸਮਝਦਾ। ਭਾਜੀ, ਹੈਵ ਯੂ ਸਲੈਪ ਰੈਡੀ ਐਂਡ ਹਿਟ ਇਟ ਲਾਈਕ ਯੂ ਹਿਟਿੰਗ? ਜੀ ਜੀ ਜੀ, ਮੈਂ ਤਾਂ ਮੇਰੀਆਂ ਸਲੈਪਸ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਐਵਰੀ ਮਹੀਨੇ, ਐਵਰੀ 2 ਮਹੀਨੇ 'ਚ ਆ ਸਕਦੀਆਂ। ਤਾਂ ਉਹਦੇ 'ਚ ਕੁਛ ਮੇਰੇ ਸਟਾਈਲ ਦੀਆਂ, ਮੇਰੇ ਗਾਉਣ ਦੀਆਂ, ਕੁਛ ਹੋਰ ਬੰਦਿਆਂ ਦੇ ਗਾਉਣ ਦੀਆਂ, ਕੁਛ ਮਾਣਕ ਵਾਂਗੂ ਕਲੀਆਂ ਦੇ ਰੂਪ ਦੇ ਵਿੱਚ ਆਉਣਗੀਆਂ। ਮੇਰੇ ਤਾਂ ਆਉਂਦੇ ਰਹਿਣਗੇ। ਮੈਂ ਵਿੱਚ ਲਵ ਸਟੋਰੀਆਂ ਵੀ ਹੁਣ ਜਿਹੜੀਆਂ ਉਹ ਲਿਖਦਾ ਰਹੂੰਗਾ, ਆਪਣੇ ਬਚਪਨ ਦੀਆਂ, ਆਪਣੀ ਜਵਾਨੀ ਦੀਆਂ, ਉਹ ਵੀ ਆਉਂਦੀਆਂ ਰਹਿਣਗੀਆਂ। ਵਿੱਚ ਕਈ ਵਾਰੀ ਐਕਸਰਸਾਈਜ਼ ਕਰਨ ਵਾਸਤੇ ਭੰਗੜੇ ਦੇ ਗੀਤ ਵੀ ਹੈ, ਉਹ ਵੀ ਬਣੇ ਪਏ ਹੈ। ਜਦੋਂ ਸਮਾਂ ਲੱਗਦਾ ਰਹੂਗਾ ਤੇ ਉਦੋਂ ਇਹ ਚੀਜ਼ਾਂ ਆਉਂਦੀਆਂ ਰਹਿਣਗੀਆਂ। ਤੁਸੀਂ ਐਕਸਰਸਾਈਜ਼ ਕਰਨੀ ਹੈ, ਤੁਹਾਨੂੰ ਭੰਗੜੇ ਦਾ ਗੀਤ ਦਊਂਗਾ। ਸੰਧੂਆਂ ਦਾ ਮੁੰਡਾ ਇੱਕ ਗੀਤ ਆਉਣ ਵਾਲਾ ਤੇ ਉਹ ਤੁਹਾਨੂੰ ਨਚਾਊਗਾ ਪੂਰਾ। ਫਿਰ ਇੱਕ ਕੁੜੀ ਸਾਡੇ ਕਾਲਜ ਦੇ ਵਿੱਚ ਪੜ੍ਹਦੀ ਹੁੰਦੀ ਸੀ, ਉਹ ਪੂਰੀ ਸਟੋਰੀ ਹੋਊਗੀ ਕਿ ਕੁੜੀ ਕਿਵੇਂ ਗੁੰਮਰਾਹ ਹੋ ਗਈ। ਪੜ੍ਹਦੀ ਹੁੰਦੀ ਸੀ ਕਾਲਜ ਦੇ ਵਿੱਚ, ਮੁੜ ਕੇ ਫਿਰ ਸੋਸ਼ਲ ਮੀਡੀਆ ਤੇ ਫੇਸਬੁੱਕ ਦੇ ਉੱਤੇ ਕਿਸੇ ਬਾਹਰਲੇ ਬੰਦੇ ਨਾਲ ਵਾਹ ਪੈ ਜਾਂਦਾ। ਬਾਹਰਲੇ ਬੰਦੇ ਨਾਲ ਵਾਹ ਪੈ ਕੇ ਫਿਰ ਉਹ ਪਿਆਰ ਦੇ ਚੱਕਰ 'ਚ ਸ਼ੁਰੂ ਹੋ ਜਾਂਦੀ ਹੈ। ਪਿਆਰ ਦੇ ਚੱਕਰ ਤੋਂ ਬਾਅਦ ਫਿਰ ਉਹ ਸ਼ੁਰੂ ਹੋ ਜਾਂਦੀ ਹੈ ਕਿ ਮੈਂ ਸ਼ਾਦੀ ਕਰਾ ਕੇ ਬਾਹਰਲੀ ਧਰਤੀ ਤੇ ਕਿਵੇਂ ਪਹੁੰਚਾ। ਜਦੋਂ ਬਾਹਰਲੀ ਧਰਤੀ ਤੇ ਆ ਜਾਂਦੀ ਹੈ ਤੇ ਫਿਰ ਦੇਖਦੀ ਹੈ ਵੀ ਯਾਰ ਇਹ ਤਾਂ ਐਵੇਂ ਭੁਲੇਖੇ ਹੀ ਸੀ, ਹੈ ਨਾ। ਐਸੀਆਂ ਚੀਜ਼ਾਂ, ਮਤਲਬ ਤੁਹਾਨੂੰ ਜ਼ਿੰਦਗੀ ਦੇ ਹਰ ਪੱਖ ਦੀ ਦਵਾਈ ਜਿਹੜੀ ਹੈ ਉਹ ਮੈਂ ਦਿੰਦਾ ਰਹੂੰਗਾ। ਤੁਸੀਂ ਲੈਣੀ ਹੈ ਨਹੀਂ ਲੈਣੀ ਉਹ ਤੁਹਾਡੇ ਤੇ ਡਿਪੈਂਡ ਕਰਦਾ, ਪਰ ਮੈਂ ਨਹੀਂ ਕੋਈ ਕਸਰ ਛੱਡੂੰਗਾ, ਮੇਰੇ ਵੱਲੋਂ ਕੋਈ ਕਸਰ ਨਹੀਂ ਹੋਊਗੀ। ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਲੋਂ ਨਾਲ ਚੱਲਦੀਆਂ ਰਹਿਣਗੀਆਂ। ਇੱਦਾਂ ਹੁੰਦਾ ਕਿ ਕਾਰੋਬਾਰ ਦੇ ਵਿੱਚ ਬੰਦਾ ਬਿਜ਼ੀ ਹੁੰਦਾ, ਕਈ ਦਿਨ ਗੱਲ ਨਹੀਂ ਹੁੰਦੀ। ਕਈ ਵਾਰੀ ਫੇਸਬੁੱਕ ਦੇ ਉੱਤੇ ਲਾਈਵ ਦੀ ਚੀਜ਼ਾਂ ਨੇ ਜਿਹੜੀਆਂ ਉਹ ਨਹੀਂ ਹੋ ਕੇ ਦੱਸੀਆਂ ਜਾ ਸਕਦੀਆਂ, ਪਰ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਆਪਣਾ ਖਜ਼ਾਨਾ ਲੋਕ ਲਾ ਕੇ ਰੱਖ ਦਿੱਤਾ। ਨਹੀਂ, ਨਾ ਤਾਂ ਇਹਨਾਂ ਲੰਡਰਾਂ ਦੇ ਉੱਤੇ ਸਾਡਾ ਜੂਤ ਫਿਰਨਾ ਬੰਦ ਹੋਣਾ, ਨਾ ਸਾਡੀ ਕਲਮ ਬੰਦ ਹੋਣੀ ਹੈ, ਨਾ ਸਾਡੀ ਆਵਾਜ਼ ਬੰਦ ਹੋਣੀ ਹੈ। ਇਹ ਤਾਂ ਕੈਪਟਨ ਨੂੰ ਨਹੀਂ ਬੰਦ ਕਰਾ ਸਕੇ, ਇਹ ਤਾਂ ਬਾਦਲ ਨਹੀਂ ਬੰਦ ਕਰਾ ਸਕੇ, ਹੈ ਨਾ। ਜਦੋਂ ਕਿਸੇ ਬੰਦੇ ਦੇ ਪਿੱਛੇ ਇਨਕਲਾਬੀ ਦਾ ਨਾਮ ਲੱਗਦਾ ਹੈ ਨਾ, ਤਾਂ ਉਹਨੂੰ ਦੁਨੀਆ ਦੀ ਕੋਈ ਤਾਕਤ ਬੰਦ ਨਹੀਂ ਕਰਾ ਸਕਦੀ। ਈਵਨ ਕਿ ਜਿਹੜਾ ਫਾਂਸੀ ਦਾ ਰੱਸਾ ਹੁੰਦਾ ਹੈ ਨਾ ਬਾਈ, ਉਹ ਵੀ ਉਹਦਾ ਗਲ ਜਦੋਂ ਚੁੰਮ ਲੈਂਦਾ ਹੈ ਨਾ, ਉਦੋਂ ਬਾਅਦ 10 ਬੰਦੇ ਹੋਰ ਖੜੇ ਹੋ ਜਾਂਦੇ ਆ। ਸੋ ਦਿਸ ਸ਼ੁੱਡ ਕੈਰੀ ਔਨ। ਪਰ ਕਿਸੇ ਨੂੰ ਦੋਸ਼ ਦੇਣ ਤੋਂ ਪਹਿਲਾਂ ਅਸੀਂ ਇਸ ਚੀਜ਼ ਦਾ ਆਪਣੇ ਆਪ ਨੂੰ ਦੋਸ਼ ਦਈਏ। ਸਰਕਾਰਾਂ ਕੋਈ ਅੰਦਰੋਂ ਨਹੀਂ ਚੁਣ ਕੇ ਆ ਗਈਆਂ, ਸਰਕਾਰਾਂ ਅਸੀਂ ਚੁਣੀਆਂ ਨੇ। ਵੋਟਾਂ ਦਾ ਇਸਤੇਮਾਲ ਅਸੀਂ ਕੀਤਾ, ਸਟੈਂਪਾਂ ਅਸੀਂ ਲਾਈਆਂ, ਚਾਹੇ 5000 ਰੁਪਈਆ ਦੇ ਕੇ ਲਾਈਆਂ, ਚਾਹੇ ਭੁੱਕੀ ਦੀ ਬੋਰੀ ਲੈ ਕੇ ਲਾਈਆਂ, ਚਾਹੇ ਸ਼ਰਾਬ ਦੀਆਂ 2 ਪੇਟੀਆਂ ਦੇ ਬਦਲੇ ਲਾਈਆਂ, ਤੇ ਚਾਹੇ ਕੁਝ ਹੋਰ ਕਰਕੇ ਲਾਈਆਂ। ਇਹ ਚੀਜ਼ਾਂ ਸਾਡੀਆਂ ਨੇ ਤੇ ਅਸੀਂ ਇਹ ਯੂਜ਼ ਕੀਤੀਆਂ ਨੇ, ਅਬਿਊਜ਼ ਕੀਤੀਆਂ ਨੇ, ਤੇ ਤਾਂ ਕਰਕੇ ਇਹ ਚੀਜ਼ਾਂ ਖੜੀਆਂ ਹੋਈਆਂ। ਤੇ ਇਹ ਚੀਜ਼ਾਂ ਦਾ ਜਿਹੜਾ ਰਿਜ਼ਲਟ ਹੈ ਉਹ ਭੁਗਤਣ ਵਾਸਤੇ ਆਪ ਤਿਆਰ ਰਹੋ। ਇਹ ਤੁਹਾਡੀਆਂ ਨੇ। ਇਹ ਜ਼ਿੰਮੇਵਾਰੀ ਸਾਡੀ ਸੀ ਕਿ ਅਸੀਂ ਚੰਗੇ ਬੰਦੇ ਸੁਣਦੇ, ਚੰਗੇ ਬੰਦੇ ਚੁਣਦੇ ਤੇ ਚੰਗੇ ਬੰਦੇ ਕੁਰਸੀਆਂ ਤੇ ਬਿਠਾਉਂਦੇ। ਹੁਣ ਜੇ ਚੰਗੇ ਬੰਦੇ ਚੁਣੇ ਹੁੰਦੇ ਤੇ ਅੱਜ ਆਹ ਸੰਤਾਪ ਤੁਹਾਨੂੰ ਭੁਗਤਣਾ ਨਾ ਪੈਂਦਾ। ਅਸੀਂ ਸਾਰੇ ਚੰਗੇ ਬੰਦੇ ਆ ਜਿਹੜੇ ਉਹ ਚੁਣ ਕੇ ਸੀਟਾਂ ਤੇ ਬਿਠਾਏ ਹੈ। ਭਾਵੇਂ ਕੋਈ ਵੀ ਸਰਕਾਰ ਆ ਜੇ, ਭਾਵੇਂ ਲੇਬਰ ਆ ਜੇ, ਭਾਵੇਂ ਕੰਜ਼ਰਵੇਟਿਵ ਪਾਰਟੀ ਆ ਜੇ, ਟੋਰੀ ਆ ਜੇ, ਡੈਮੋਕ੍ਰੈਟਿਕ ਵਿੰਗ ਆ ਜੇ, ਉਹ ਦੇਸ਼ ਬਾਰੇ ਪਹਿਲਾਂ ਸੋਚਦੇ ਆ, ਪਬਲਿਕ ਬਾਰੇ ਪਹਿਲਾਂ ਸੋਚਦੇ ਆ। ਤੁਹਾਡੇ ਕੀ ਹੈ, ਉਹ ਕਹਿੰਦੇ ਆ ਕਿ 4 ਕਰੋੜ ਰੁਪਇਆ ਇਲੈਕਸ਼ਨ ਤੇ ਖਰਚ ਕੀਤਾ ਤੇ ਜੇ 3 ਗੁਣਾ ਯਾਨੀ ਕਿ 12 ਕਰੋੜ ਨਹੀਂ ਕਮਾਇਆ ਤਾਂ ਫਿਰ ਸਵਾਦ ਨਹੀਂ ਹੈਗਾ ਗੱਲ ਦਾ। ਤੇ ਇਹ ਵਪਾਰ ਕਰਨ ਵਾਸਤੇ ਲੋਕੀ ਤੁਹਾਡੀਆਂ ਵੋਟਾਂ ਲੈ ਕੇ ਨੇਤਾ ਬਣਨ ਆਉਂਦੇ ਆ। ਆਪ ਦਾ ਵਪਾਰ ਚਲਾਉਣਾ ਹੁੰਦਾ ਹੈ, ਚਾਹੇ ਟਰਾਂਸਪੋਰਟ ਦਾ ਵਪਾਰ ਚਲਾਉਣਾ, ਚਾਹੇ ਰੇਤੇ ਬਜ਼ਰੀ ਦਾ ਵਪਾਰ ਚਲਾਉਣਾ, ਚਾਹੇ ਆਪਣਾ ਅਚਾਰ ਦੀਆਂ ਫੈਕਟਰੀਆਂ ਦੇ ਵਿੱਚ ਐਕਸਪੋਰਟ ਕਰਨਾ ਸਸਤੇ ਰੇਟਾਂ ਤੇ, ਚਾਹੇ ਦੁਬਈ ਦੇ ਵਿੱਚ ਬਿਲਡਿੰਗਾਂ ਲੈਣੀਆਂ। ਅੱਛਾ, ਸਿਤਮ ਦੀ ਗੱਲ ਤਾਂ ਹੋਰ ਹੋ ਜਾਂਦੀ ਹੈ ਕਿ ਮੌਜੂਦਾ ਸਰਕਾਰ
ਜਿਵੇਂ ਹੁਣ ਚੱਲ ਰਹੀ ਹੈ ਇਸ ਤਰ੍ਹਾਂ ਤਾਂ ਯਾਰ ਸਾਡੇ ਜ਼ਮਾਨੇ ਦੇ ਵਿੱਚ ਪੱਠੇ ਲੈ ਕੇ ਗੱਡਾ ਵੀ ਨਹੀਂ ਸੀ ਚੱਲਦਾ ਹੁੰਦਾ। ਉਹ ਵੀ ਥੋੜੀ ਬਹੁਤੀ ਆਵਾਜ਼ ਕਰ ਦਿੰਦਾ ਸੀ, ਭਾਵੇਂ ਜੰਦ ਲਾ ਕੇ ਤੇ ਗਰੀਸ ਲਾ ਕੇ ਉਹਦੀ ਆਵਾਜ਼ ਅਸੀਂ ਬੰਦ ਕਰ ਦਿੰਦੇ ਸੀ, ਤੇ ਪਰ ਆਵਾਜ਼ ਕਰਦਾ ਹੁੰਦਾ ਸੀ। ਗੱਡੇ ਦਾ ਚੱਲਦੇ ਦਾ ਪਤਾ ਲੱਗਦਾ ਸੀ ਕਿ ਇਹ ਜਾ ਰਿਹਾ। ਆਹ ਸਰਕਾਰ ਦਾ ਤਾਂ ਬਿਲਕੁਲ ਹੀ ਨਹੀਂ ਪਤਾ ਲੱਗਦਾ। ਇਹ ਤਾਂ ਲੋਕੇ ਸਾਰਾਗੜੀ ਪੈਲੇਸ ਦੇ ਵਿੱਚ, ਸਿਸਮਾ ਪੈਲੇਸ ਦੇ ਵਿੱਚ ਐਸੀ ਬੜੀ ਹੈ ਕਿ ਮੁੜ ਕੇ ਨਿਕਲੀ ਨਹੀਂ। 5 ਸਾਲ ਜਦੋਂ ਹੋ ਜਾਣਗੇ ਸ਼ਾਇਦ ਉਦੋਂ ਸਾਨੂੰ ਨਹੀਂ ਪਤਾ ਕਿ ਕੋਈ ਜਿਉਂਦਾ ਨਿਕਲੂਗਾ ਜਾਂ ਫਿਰ ਉਹਨਾਂ ਦੀਆਂ ਲਾਸ਼ਾਂ ਨਿਕਲ ਗਈਆਂ ਅੰਦਰੋਂ। ਕੀ ਕਰਦੇ ਆ ਅੰਦਰ ਉਹਦੀ ਕੋਈ ਖਬਰ ਨਹੀਂ, ਕੋਈ ਪ੍ਰੈਸ ਕਾਨਫਰੰਸ ਅੰਦਰ ਨਹੀਂ। ਸਿਰਫ ਤੇ ਸਿਰਫ ਕਈ ਵਾਰੀ ਇਕੱਲਾ ਬੰਦਾ ਸਾਨੂੰ ਭਾਸ਼ਣ ਦਿੰਦਾ ਸੁਣਦਾ ਹੁੰਦਾ, ਤੇ ਉਹਦਾ ਭਾਸ਼ਣ ਉਹਦੇ ਜਿਹੜੇ ਕੌਲੀ ਚੱਟ ਨੇ ਉਹ ਇਕੱਠਾ ਕਰਕੇ ਤੇ ਉਹਨੂੰ ਇਨ ਬਿਨ ਪੇਸ਼ ਕਰ ਦਿੰਦੇ, ਆਪਣੇ ਕੋਈ ਵਿਚਾਰ ਨਹੀਂ ਦਿੰਦੇ ਕਿ ਭਾਸ਼ਣ ਗਲਤ ਸੀ ਜਾਂ ਸਹੀ ਸੀ। ਇਹ ਸਾਰੀਆਂ ਚੀਜ਼ਾਂ ਦੇ ਉੱਤੇ ਸਾਨੂੰ ਆਪ ਚਿੰਤਨ ਕਰਨਾ ਪੈਣਾ ਕਿ ਸਾਡੇ ਕੰਡੇ ਬੀਜੇ ਹੋਏ ਸਾਡੇ ਹੀ ਪੈਰਾਂ ਦੇ ਵਿੱਚ ਅੱਜ ਲੱਗ ਰਹੇ ਨੇ। ਇਹ ਕੰਡੇ ਜਿਹੜੇ ਅਸੀਂ ਬੀਜੇ ਕਿਸੇ ਹੋਰ ਦੇ ਪੈਰਾਂ 'ਚ ਕਦੀ ਨਹੀਂ ਲੱਗਣੇ। ਇਹ ਤੁਹਾਡੇ ਭੁਲੇਖੇ ਨੇ ਜੇ ਤੁਸੀਂ ਸੋਚਦੇ ਹੋ ਕਿ ਕਿਸੇ ਹੋਰ ਦੇ ਪੈਰਾਂ 'ਚ ਲੱਗ ਜਾਣਗੇ। ਜਿਹੜੀ ਯੰਗ ਪਨੀਰੀ ਸੀ ਉਹ ਇਹਨਾਂ ਨੇ ਜਾਂ ਤਾਂ ਡਰੱਗ ਤੇ ਲਾ ਦਿੱਤੀ। ਡਰੱਗ ਤੇ ਬੰਦਾ ਕਦੋਂ ਲੱਗਦਾ ਹੈ? ਜਦੋਂ ਉਹ ਬਹੁਤ ਜ਼ੋਰ ਲਾ ਕੇ ਆਪਣੀ ਮੰਜ਼ਿਲ ਵੱਲ ਵੱਧਦਾ ਹੋਵੇ ਤੇ ਉਹਨੂੰ ਮੰਜ਼ਿਲ ਨਾ ਮਿਲੇ, ਉਹਦੀਆਂ ਰਸਤੇ ਦੇ ਵਿੱਚ ਲੱਤਾਂ ਦੇ ਵਿੱਚ ਕੋਈ ਐਸੀ ਖੁੰਗੀਆਂ ਵਾਲਾ ਡੰਡਾ ਠੋਕ ਦਿੱਤਾ ਜਾਵੇ ਕਿ ਉਹ ਮੁੱਦੇ ਮੂੰਹ ਡਿੱਗੇ, ਤਾਂ ਉਹ ਪਰੇਸ਼ਾਨ ਹੋ ਜਾਂਦਾ। ਉਹਦੀ ਕਬੀਲਦਾਰੀ ਹੈ, ਉਹਦੇ ਮੰਮੀ ਡੈਡੀ ਨੇ, ਉਹਦੇ ਭੈਣ ਭਰਾ ਨੇ, ਸਾਰੇ ਵੱਡੇ ਭਰਾ ਦੇ ਮੂੰਹ ਕਨੀ ਦੇਖਦੇ ਹੁੰਦੇ ਪਿਓ ਵਾਂਗੂ ਕਿ ਸਾਡਾ ਵੱਡਾ ਭਰਾ ਪੜੂਗਾ ਲਿਖੂਗਾ ਤੇ ਕੋਈ ਕੰਮ ਕਰੂਗਾ। ਇਹ ਸਾਰੇ ਜਦੋਂ ਚੀਜ਼ਾਂ ਫੇਲ ਹੋ ਜਾਂਦੀਆਂ ਤਾਂ ਉਸ ਵੇਲੇ ਫਿਰ ਬੰਦਾ ਪਰੇਸ਼ਾਨ ਹੋ ਜਾਂਦਾ। ਪਰੇਸ਼ਾਨੀ ਚ ਆ ਕੇ 2 ਕੰਮ ਕਰਦਾ। ਉਹ 2 ਕੰਮ ਕਿਹੜੇ ਹੁੰਦੇ ਆ? ਜਾਂ ਤਾਂ ਬੰਦਾ ਨਸ਼ਾ ਲੈ ਕੇ ਟੈਂਪਰੇਰੀਲੀ ਰਿਲੀਫ ਭਾਲਦਾ, ਭਾਵੇਂ ਉਹਦੀ ਪਰੇਸ਼ਾਨੀ ਨਸ਼ਾ ਲੈ ਕੇ ਖਤਮ ਨਹੀਂ ਹੁੰਦੀ, ਪਰ ਉਹਦੀ ਪਰੇਸ਼ਾਨੀ ਟੈਂਪਰੇਰੀਲੀ ਓਵਰਕਮ ਹੋ ਜਾਂਦੀ ਹੈ ਤੇ ਉਹ ਸੌਂ ਜਾਂਦਾ। ਦੂਜਾ ਫਿਰ ਕੰਮ ਕੀ ਹੁੰਦਾ? ਦੂਜਾ ਕੰਮ ਇਹ ਹੁੰਦਾ ਕਿ ਉਹ ਡਾਂਗ ਚੱਕਦਾ, 5-7 ਦੇ ਗਿੱਟੇ ਤੋੜਦਾ ਤੇ ਮੁੜ ਕੇ ਹਵਾਲਾਤ 'ਚ ਜਾ ਕੇ ਜੇਲ੍ਹ 'ਚ ਚਲੇ ਜਾਂਦਾ, ਬੈਠ ਜਾਂਦਾ। ਜਿੰਨੇ ਇਨਕਲਾਬੀ ਬੰਦੇ ਨੇ ਜਾਂ ਤਾਂ ਉਹ ਤੁਹਾਨੂੰ ਜੇਲ੍ਹਾਂ 'ਚ ਮਿਲਣਗੇ ਤੇ ਜਾਂ ਉਹ ਤੁਹਾਨੂੰ ਕਿਸੇ ਨਾਲ ਝਗੜਦੇ ਮਿਲਣਗੇ ਤੇ ਜਾਂ ਤੁਹਾਨੂੰ ਮੁਜ਼ਾਰਿਆਂ 'ਚ ਮਿਲਣਗੇ। ਹੁਣ ਜਿਹੜੀ ਇਨਕਲਾਬੀ ਪੌਦ ਪਨੀਰੀ ਜਾਂ ਫਿਰ ਏਜ ਜਿਹੜੀ ਹੋਣੀ ਚਾਹੀਦੀ ਸੀ, ਉਹ ਹੋਣੀ ਚਾਹੀਦੀ ਸੀ ਯੰਗ ਏਜ। ਉਹ ਖਤਮ ਕਰਤੀ ਗਵਰਨਮੈਂਟ ਨੇ। ਇੰਨੀਆਂ ਸੋਹਣੀਆਂ ਪਾਲਿਸੀਆਂ ਬਣਾਤੀਆਂ। ਇੱਕ ਪਾਸੇ ਆਪੇ ਹੀ ਕਾਨੂੰਨ ਬਣਾ ਦਿੱਤਾ ਕਿ ਜਿਹੜਾ ਵੀ ਬੰਦਾ ਹਥਿਆਰਾਂ ਨੂੰ ਪ੍ਰਮੋਟ ਕਰੂਗਾ, ਸਿੰਗਰ, ਰਾਈਟਰ ਜਾਂ ਮਿਊਜ਼ਿਕ ਡਾਇਰੈਕਟਰ, ਉਹਨੂੰ ਠੋਕ ਦਾਂਗੇ। ਤੇ ਜਿਹੜਾ ਇਹ ਗੱਲ ਕਹਿ ਰਿਹਾ ਕਿ ਠੋਕ ਦਿਆਂਗੇ, ਜਿਹਦੀ ਇਹ ਰਿਸਪੌਂਸਿਬਿਲਟੀ ਹੈ ਠੋਕਣ ਦੀ, ਉਹੀ ਲੰਡੂ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਬੰਦਿਆਂ ਦੇ ਗੀਤ ਪ੍ਰਮੋਟ ਕਰ ਰਿਹਾ। ਸੋ ਕਹਿਣ ਦੀਆਂ ਗੱਲਾਂ ਕੁਝ ਹੋਰ ਹੋ ਗਈਆਂ ਤੇ ਕਰਨ ਦੀਆਂ ਕੁਝ ਹੋਰ ਹੋ ਗਈਆਂ। ਇਹਦੀ ਜ਼ਿੰਮੇਵਾਰੀ ਤੁਸੀਂ ਕਿਸੇ ਬੰਦੇ ਨੂੰ ਸੰਭਾਲੀ ਸੀ, ਉਹ ਬੰਦਾ ਠੀਕ ਨਹੀਂ ਨਿਕਲਿਆ। ਹੁਣ ਇਹ ਜ਼ਿੰਮੇਵਾਰੀ ਕਿਸੇ ਹੋਰ ਦੇ ਹੱਥ 'ਚ ਦੇਣੀ ਬਣਦੀ ਹੈ, ਜਿਹਨੂੰ ਨਹੀਂ ਦੇ ਕੇ ਦੇਖੀ। ਜਿਹਨੂੰ ਤੁਸੀਂ 70 ਸਾਲ ਤੋਂ ਜ਼ਿੰਮੇਵਾਰੀ ਦੇ ਕੇ ਰੱਖੀ ਹੈ ਉਹ ਚੰਗਾ ਨਹੀਂ ਨਿਕਲਿਆ। ਤੁਸੀਂ ਅਕਲ ਵਾਲੇ ਕਿੱਥੋਂ ਕਿ ਬਾਰ-ਬਾਰ ਉਹਨਾਂ ਨੂੰ ਹੀ ਜ਼ਿੰਮੇਵਾਰੀ ਦੇਈ ਜਾਂਦੇ ਹੋ? ਇਹ ਜ਼ਿੰਮੇਵਾਰੀਆਂ ਤਾਂ ਤੁਸੀਂ ਕਿਸੇ ਯੋਗ ਬੰਦੇ ਨੂੰ, ਕਿਸੇ ਕੈਪੇਬਲ ਬੰਦੇ ਨੂੰ, ਜਿਹਦੇ ਵਿੱਚ ਪੋਟੈਂਸ਼ੀਅਲ ਸੀ, ਜਿਹਦੇ ਵਿੱਚ ਇਮਾਨਦਾਰੀ ਸੀ, ਜਿਹਦੇ ਵਿੱਚ ਲੋਕਾਂ ਦਾ ਦਰਦ ਸੀ, ਉਹਨੂੰ ਦੇਣੀ ਚਾਹੀਦੀ ਸੀ। ਤੁਸੀਂ ਰਾਜੇ ਮਹਾਰਾਜੇ ਨੂੰ ਕੋਈ ਜ਼ਿੰਮੇਵਾਰੀ ਦਿਓਗੇ, ਉਹਨੇ ਪਬਲਿਕ ਦੇ ਵਿੱਚ ਵਿਚਰਨਾ ਹੀ ਨਹੀਂ, ਉਹ ਤੁਹਾਡੇ ਦੁੱਖ ਕਿੱਦਾਂ ਪਤਾ? ਉਹ ਤਾਂ ਨਹੀਂ ਪਤਾ। ਹੁਣ ਇਹ ਜ਼ਿੰਮੇਵਾਰੀ ਤੁਹਾਡੀ ਸੀ। ਜੇ ਤੁਸੀਂ ਛਿੱਤਰ ਖਾ ਕੇ ਖੁਸ਼ ਹੋ, ਤੁਸੀਂ ਗੁਲਾਮੀ 'ਚ ਰਹਿ ਕੇ ਖੁਸ਼ ਹੋ, ਤੁਸੀਂ ਨਾ ਬੋਲ ਕੇ ਖੁਸ਼ ਹੋ, ਤੁਸੀਂ ਭੁੱਕੀ ਦੀਆਂ ਬੋਰੀਆਂ ਲੈ ਕੇ ਸਾਲ ਪ੍ਰਤੀ ਭੁੱਕੀ ਖਾ ਕੇ ਚਾਹ ਦੇ ਕੱਪ ਨਾਲ ਖੁਸ਼ ਹੋ, ਤਾਂ ਤੁਹਾਡਾ ਕੋਈ ਇਲਾਜ ਨਹੀਂ। ਜਦੋਂ ਕੋਈ ਬਿਮਾਰ ਬੰਦਾ ਆਪਣੇ ਆਪ ਨੂੰ ਇਹ ਨਾ ਕਹੇ ਕਿ ਮੈਂ ਬਿਮਾਰ ਹਾਂ, ਉਦੋਂ ਤੱਕ ਉਹਨੂੰ ਡਾਕਟਰ ਕੋਲੇ ਲਿਜਾ ਕੇ ਉਹਦਾ ਇਲਾਜ ਨਹੀਂ ਕਰਾਇਆ ਜਾ ਸਕਦਾ। ਡਾਕਟਰ ਦੇ ਤਾਂ ਲੈ ਕੇ ਜਾਣਗੇ ਜਦੋਂ ਤੁਸੀਂ ਚੀਂਗ ਚਿੰਘਾੜਾ ਪਾਓਗੇ, ਤੁਸੀਂ ਕਹੋਗੇ ਕਿ ਅਸੀਂ ਬਿਮਾਰ ਹਾਂ,
ਤਾਂ ਮੈਂ ਨਹੀਂ ਲੈ ਕੇ ਜਾਊਂਗਾ, ਕੋਈ ਹੋਰ ਲੈ ਜਾਊਗਾ, ਹੋਰ ਨਹੀਂ ਲੈ ਕੇ ਜਾਊਗਾ, ਕੋਈ ਤੀਜਾ ਬੰਦਾ ਰਸਤੇ 'ਚ ਤੁਹਾਡੀਆਂ ਚੀਕਾਂ ਸੁਣ ਕੇ ਆ ਜਾਊਗਾ ਕਿ ਅਸੀਂ ਬਿਮਾਰ ਹਾਂ। ਤੁਹਾਡਾ ਇਲਾਜ ਸੰਭਵ ਹੈ। It is possible to treat you or take you to a doctor clinic and ask him to give you some medicine that you can be well. But not if you saying that you are the perfect man on this planet. How can we treat you? No way. ਸੋ ਇਹ ਪੰਜਾਬ ਦੀ ਜਨਤਾ ਦੀ ਜ਼ਿੰਮੇਵਾਰੀ ਸੀ। ਇਹ ਪੰਜਾਬ ਦੀ ਜਨਤਾ ਨੂੰ ਹੀ ਚੱਲਣੀ ਪੈਣੀ ਹੈ। ਜੇ ਤੁਸੀਂ ਜੁੱਤੀਆਂ ਖਾ ਕੇ ਖੁਸ਼ ਹੋ ਤਾਂ ਤੁਸੀਂ ਜੁੱਤੀਆਂ ਖਾਓ, ਤੁਹਾਨੂੰ ਰੋਕਦਾ ਨਹੀਂ ਕੋਈ। ਅਸੀਂ ਤਾਂ ਤੁਹਾਨੂੰ ਇਹ ਕਹਿੰਦੇ ਹਾਂ ਕਿ ਜੁੱਤੀਆਂ ਤੋਂ ਉੱਤੇ ਜ਼ਿੰਦਗੀ ਹੈਗੀ ਹੈ ਜਿਹੜੀ ਅਸੀਂ ਬਸਰ ਕਰ ਰਹੇ ਹਾਂ। ਜੁੱਤੀਆਂ ਡਾਂਗਾ ਖਾਣ ਤੋਂ ਬਿਨਾ ਦੂਜੀ ਵੀ ਲਾਈਫ ਹੈਗੀ ਹੈ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਜੀ ਸਕਦੀ ਹੈ, ਤੇ ਉਹਦਾ ਇੱਕੋ ਇੱਕ ਫਾਰਮੂਲਾ, there is only one formula in the world, that whenever you choose your government, choose the good people who are honest, who think about the public, who does their duty perfectly. ਰਿਸ਼ਵਤਖੋਰ ਨਾ ਹੋਣ, ਬਦਮਾਸ਼ ਨਾ ਹੋਣ, ਵਪਾਰੀ ਨਾ ਹੋਣ, ਤੇ ਆਪਣਾ ਕੰਮ ਸਿਰਫ ਇਮਾਨਦਾਰੀ ਨਾਲ ਕਰਨ। ਉਹ ਕੰਮ ਤੁਹਾਡੇ ਤੋਂ 70 ਸਾਲ ਦੇ ਵਿੱਚ ਹੋਇਆ ਨਹੀਂ, ਤੇ ਤੁਸੀਂ ਕਿਵੇਂ ਕਹਿ ਦੋਗੇ ਕਿ ਤੁਸੀਂ ਸਮਝਦਾਰ ਹੋ? ਇਹਦਾ ਮਤਲਬ ਤੁਸੀਂ ਜਾਣ ਬੁੱਝ ਕੇ ਦੂਜੇ ਬੰਦੇ ਨੂੰ ਕਹਿੰਦੇ ਹੋ ਕਿ ਸਾਡੇ ਸਿਰ ਦੇ ਵਿੱਚ ਛਿੱਤਰ ਮਾਰ ਤਾਂ ਸਾਨੂੰ ਨੀਂਦ ਆਉਂਦੀ ਹੈ, ਤਾਂ ਅਸੀਂ ਜੂ ਸਕਦੇ ਹਾਂ, ਛਿੱਤਰਾਂ ਤੋਂ ਬਿਨਾਂ ਅਸੀਂ ਜੂ ਨਹੀਂ ਸਕਦੇ। ਸੋ ਅਸੀਂ ਕਿਸੇ ਨੂੰ ਦੋਸ਼ੀ ਕਿਵੇਂ ਕਹਾਂਗੇ? ਨਹੀਂ ਕਹਿ ਸਕਦੇ। ਯੰਗ ਪਨੀਰੀ ਫੁਕਰੇ ਸਿੰਗਰਾਂ ਦੇ ਮਗਰ ਲੱਗ ਗਈ। ਹਰੇਕ ਬੰਦਾ ਆਪਣੀ ਮੁੱਛ ਤੇ ਤਾ ਦੇ ਕੇ, ਟਰੈਕਟਰ ਨੂੰ ਰੇਸ ਦੇ ਕੇ, ਜੀਪ ਦੇ ਵਿੱਚ ਵੀਲ ਪਾ ਕੇ, ਚਾਹੇ ਬਾਪ ਦੀ ਜ਼ਮੀਨ ਗਹਿਣੇ ਪਈ ਹੈ, ਡੱਕਾ ਹੱਥ ਨਹੀਂ ਲਾਉਣਾ ਚਾਹੁੰਦਾ, ਸਿਰਫ ਤੇ ਸਿਰਫ ਵੀਡੀਓ ਦੇ ਵਿੱਚ ਆਪਣੇ ਆਪ ਨੂੰ ਬਾਦਸ਼ਾਹ ਕਹਾਉਣਾ ਚਾਹੁੰਦਾ। ਉਹ ਉੱਥੇ ਖਤਮ ਹੋ ਗਈ। ਜਿਹੜੇ ਰਹਿੰਦੇ ਖੁੰਦੇ ਨੇ ਉਹ ਨਸ਼ੇ ਤੋਂ ਬਿਨਾ ਜਿਉਂਦੇ ਨਹੀਂ। ਉਹਨਾਂ ਨੇ ਆਪਣੀਆਂ ਬਾਹਾਂ ਦੇ ਵਿੱਚ ਟੀਕੇ ਲਾ ਲਾ ਕੇ ਇੰਨੀਆਂ ਗਲੀਆਂ ਕਰ ਲੀਆਂ ਕਿ ਤੁਸੀਂ ਗਿਣ ਵੀ ਨਹੀਂ ਸਕਦੇ। ਤੁਹਾਨੂੰ ਗਿਣਨ ਨੂੰ ਵੀ 5-4 ਦਿਨ ਚਾਹੀਦੇ ਆ। ਤੀਜੀ ਜਿਹੜੀ ਕੈਟਾਗਰੀ ਸੀ ਉਹ ਪੜ ਗਈ। ਪੜ ਕੇ ਜਦੋਂ ਉਹਨਾਂ ਨੂੰ ਭਵਿੱਖ ਨਹੀਂ ਦਿਖਿਆ ਉਹ ਬਾਹਰ ਚਲੇ ਗਏ। ਤੁਹਾਡੇ ਦੇਸ਼ ਦੇ ਵਿੱਚ ਕੀ ਰਹਿ ਗਿਆ? ਕੂੜਾ ਕਬਾੜ। ਤੁਸੀਂ ਇਹਦੇ ਨਾਲ ਜਿਉਣਾ ਚਾਹੁੰਦੇ ਹੋ ਤੇ ਅਸੀਂ ਤਾਂ ਇਹੀ ਕਹਾਂਗੇ ਕਿ ਬੈਸਟ ਆਫ ਲੱਕ। If it is your life and the way you wanted to live is this, the most welcome, you can do that. But you've been doing that for 70 years. ਹੁਣ ਜੇ 70 ਸਾਲ ਹੋ ਗਏ ਤੁਹਾਨੂੰ ਛਿੱਤਰ ਖਾਂਦਿਆਂ ਨੂੰ, ਤਾਂ ਹੁਣ ਤੁਹਾਨੂੰ ਛਿੱਤਰ ਚੰਗੇ ਲੱਗੇ ਤਾਂ ਛਿੱਤਰਾਂ ਤੋਂ ਬਿਨਾਂ ਤੁਹਾਡੇ ਪਿੰਡੇ ਤੇ ਖਾਜ ਨਹੀਂ ਹੁੰਦੀ, ਤਾਂ ਇਹਦੇ ਵਿੱਚ ਤੁਹਾਡਾ ਤੀਜਾ ਬੰਦਾ ਆ ਕੇ ਕੋਈ ਭਲਾ ਨਹੀਂ ਕਰ ਸਕਦਾ। ਤੇ ਹੁਣ ਤੁਸੀਂ ਦੇਖ ਲਓ ਯੰਗ ਪਨੀਰੀ ਦੇ ਜਿੰਨੇ 30 ਸਾਲ ਤੋਂ ਥੱਲੇ ਥੱਲੇ ਬੰਦੇ ਨੇ, ਦਾੜੇ ਰੱਖੇ ਹੋਏ ਨੇ, ਪੱਗਾਂ ਸਿਰ ਤੇ ਬੰਨੀਆਂ ਹੋਈਆਂ, ਉਹਨਾਂ ਨੂੰ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਕੌਣ ਸਾਨੂੰ ਆਤਮਘਾਤੀ ਕਲੋਨੀਕਲ ਸੁਸਾਈਡ ਵਾਲੇ ਪਾਸੇ ਲੈ ਕੇ ਜਾ ਰਿਹਾ, ਕੌਣ ਸਾਨੂੰ ਪੰਜਾਬੀ ਚ ਉਹਦਾ ਲਫ਼ਜ਼ ਹੋਊਗਾ ਸਮੂਹਿਕ ਆਤਮ ਹੱਤਿਆ ਵੱਲ ਲੈ ਕੇ ਜਾ ਰਿਹਾ। ਇਹ ਸਮੂਹਿਕ ਆਤਮ ਹੱਤਿਆ ਉਹ ਹੁੰਦੀ ਹੈ ਜਿਹੜਾ ਬਹੁਤ ਵੱਡਾ ਸਮੂਹ ਆਤਮ ਹੱਤਿਆ ਕਰਦਾ। ਹੁਣ ਇੱਕ ਬੰਦਾ ਤੁਰੰਤ ਜ਼ਹਿਰ ਦਾ ਟੀਕਾ ਲਾ ਕੇ ਮਰ ਜਾਂਦਾ, ਉਹਦੇ ਸਾਰੇ ਹੜਕੰਬ ਪੈ ਜਾਂਦੇ ਆ। ਜ਼ਹਿਰੀਲੀ ਸ਼ਰਾਬ ਪੀ ਕੇ ਮਰ ਗਏ ਹੈ, ਸਾਰੇ ਮੀਡੀਆ 'ਚ ਖਬਰਾਂ ਆ ਗਈਆਂ। ਪਰ ਅਸੀਂ ਪੰਜਾਬ ਦਾ ਹਰ ਬੰਦਾ ਜਿਹੜਾ ਗੰਦੀਆਂ ਸਰਕਾਰਾਂ ਨੂੰ ਵੋਟਾਂ ਪਾ ਕੇ ਤਖਤ ਤੇ ਬਿਠਾਉਂਦਾ, ਉਹ ਵੀ ਤਾਂ ਸੁਸਾਈਡ ਕਰ ਰਿਹਾ, ਪਰ ਉਹ ਹੋਮਿਓਪੈਥਿਕ ਤਰੀਕੇ ਦੇ ਨਾਲ ਕਰ ਰਿਹਾ। ਐਲੋਪੈਥਿਕ ਤਰੀਕੇ ਦੇ ਨਾਲ ਤਾਂ ਇਫੈਕਟਿਵ ਹੈ, ਹੋਮਿਓਪੈਥਿਕ ਦੀ ਜਿਹੜੀ ਡੋਜ਼ ਹੈ ਉਹ ਹੌਲੀ ਹੌਲੀ ਅਸਰ ਕਰਦੀ ਹੈ। ਆਤਮ ਹੱਤਿਆ ਅਸੀਂ ਵੀ ਕਰ ਰਹੇ ਹਾਂ ਵੋਟ ਪਾ ਕੇ, ਪਰ ਉਹ ਹੋਮਿਓਪੈਥਿਕ ਆਤਮ ਹੱਤਿਆ ਉਹਦਾ ਸਾਨੂੰ ਪਤਾ ਨਹੀਂ ਲੱਗ ਰਿਹਾ, ਉਹਦਾ ਅਸਰ ਬਾਅਦ ਦੇ ਵਿੱਚ ਹੋਣਾ। ਸੋ ਜਿਹੜੇ ਚੰਗੇ ਬੰਦੇ ਆ ਉਹ ਤੁਹਾਨੂੰ ਚੰਗੇ ਨਹੀਂ ਲੱਗਦੇ, ਜਿੰਨੇ ਲੰਡਰ ਨੇ ਉਹ ਤੁਹਾਡੀ ਚੁਆਇਸ ਬਣ ਗਏ ਹੈ। ਇਹ ਤੁਹਾਡੀ ਬਦਕਿਸਮਤੀ ਹੈ, ਅਸੀਂ ਤੁਹਾਨੂੰ ਮਾੜਾ ਨਹੀਂ ਕਹਿੰਦੇ। ਇਟ ਇਜ਼ ਯੋਰ ਚੁਆਇਸ ਹਾਊ ਯੂ ਵਾਂਟਡ ਟੂ ਲਿਵ ਯੋਰ ਲਾਈਫ, ਬਟ ਦਿਸ ਇਜ਼ ਅ ਰੋਂਗ ਡਾਇਰੈਕਸ਼ਨ ਵਿਚ ਯੂ ਆਰ ਹੋਲਡਿੰਗ ਐਟ ਦ ਮੋਮੈਂਟ। It won't take you towards any of the things what you thought, or your sons or your daughters.
ਟਾਰਗੇਟਡ। ਤੇ ਨੀਲੀਆਂ ਆ ਗਈਆਂ ਜੀ, ਚਿੱਟੀਆਂ ਆ ਗਈਆਂ ਜੀ, ਹੱਥ ਪੰਜਾ ਆ ਗਿਆ, ਤਖੜੀ ਆ ਗਿਆ। ਇਹ ਤੋਂ ਬਾਅਦ ਤਾਂ ਤੁਸੀਂ ਕੁਝ ਕੀਤਾ ਹੀ ਨਹੀਂ। ਸੋ ਤੁਹਾਡੇ ਸਾਹਮਣੇ ਚੁਆਇਸ ਹੁੰਦੀ ਹੈ ਜਦੋਂ ਤੁਸੀਂ ਸਰਕਾਰ ਚੁਣਦੇ ਹੋ, ਤਾਂ ਉਸ ਵੇਲੇ ਜਿਹੜੀ ਗਲਤੀ ਹੈ ਉਹ ਜ਼ਹਿਰ ਦਾ ਟੀਕਾ ਤੁਸੀਂ ਲਾ ਲੈਂਦੇ ਹੋ, ਤੇ ਫਿਰ ਹੋਮਿਓਪੈਥਿਕ ਡੋਜ਼ ਹੈ, ਇਹਨੇ ਹੌਲੀ ਹੌਲੀ ਅਸਰ ਦਿਖਾਉਣਾ। ਰਾਜ ਰਾਜਾ ਜੀ ਕਹਿ ਰਹੇ ਨੇ ਆਤਮ ਹੱਤਿਆ ਕਰ ਰਿਹਾ ਸਮਾਜ। ਬਿਲਕੁਲ, ਇਹ 100% ਆਤਮ ਹੱਤਿਆ ਹੈ, ਪਰ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿਉਂਕਿ ਇੱਕਦਮ ਨਹੀਂ ਕੋਈ ਬੰਦਾ ਡੋਜ਼ ਲੈ ਕੇ ਮਰ ਰਿਹਾ, ਇਹ ਸਮਾਜ ਹੌਲੀ ਹੌਲੀ ਮਰ ਰਿਹਾ। ਜੇ ਤੁਸੀਂ ਮਰਨ 'ਚ ਖੁਸ਼ ਹੋ ਤਾਂ ਸਾਨੂੰ ਕੋਈ ਦਿੱਕਤ ਨਹੀਂ, ਅਸੀਂ ਬਿਲਕੁਲ ਨਹੀਂ ਕਹਾਂਗੇ, ਪਰ ਅਸੀਂ ਤੁਹਾਨੂੰ ਇਹ ਕਹਾਂਗੇ ਕਿ ਜਿੱਥੇ ਤੁਸੀਂ ਡਿੱਗ ਰਹੇ ਹੋ ਉੱਥੇ ਖਾਈ ਹੈ, ਮੁੜ ਕੇ ਤੁਹਾਡੇ ਤੋਂ ਨਿਕਲਿਆ ਨਹੀਂ ਜਾਣਾ। ਇਹ ਅਸੀਂ ਕਹਿ ਸਕਦੇ ਹਾਂ ਕਿਉਂਕਿ ਤੁਸੀਂ 18 ਸਾਲ ਤੋਂ ਉੱਤੇ ਹੋ, ਤੁਹਾਨੂੰ ਫੜ ਕੇ ਰੋਕਿਆ ਨਹੀਂ ਜਾ ਸਕਦਾ। ਜੇ ਤੁਹਾਨੂੰ ਆਤਮ ਹੱਤਿਆ ਚੰਗੀ ਲੱਗਦੀ ਹੈ ਜਾਂ ਤੁਹਾਨੂੰ ਪਤਾ ਹੈ ਕਿ ਤੁਹਾਡੀ ਆਤਮ ਹੱਤਿਆ ਤੁਸੀਂ ਕਰਨ ਜਾ ਰਹੇ ਹੋ, ਫਿਰ ਵੀ ਤੁਸੀਂ ਖੁਸ਼ ਹੋ, ਤਾਂ ਫਿਰ ਜੀ ਸਦਕੇ ਕਰੋ। ਇਹੀ ਗੱਲਾਂ ਜਿਹੜੀਆਂ ਮੈਂ ਇਨਕਲਾਬੀ ਬੰਦਿਆਂ ਨੂੰ, ਇਨਕਲਾਬੀ ਯੋਧਿਆਂ ਨੂੰ ਮੈਂ ਕਹੂੰਗਾ ਕਿ ਇਹਨਾਂ ਗੱਲਾਂ ਦਾ ਹੋਕਾ ਦਿਓ, ਤੁਸੀਂ ਰੋਕੋ ਨਾ ਲੋਕਾਂ ਨੂੰ, ਕਿਉਂਕਿ ਹਰੇਕ ਬੰਦੇ ਦੀ ਆਪਣੀ ਲਾਈਫ ਹੈ, ਆਪਣੇ ਤਰੀਕੇ ਨਾਲ ਉਹ ਜਿਉਣਾ ਚਾਹੁੰਦਾ ਤੇ ਆਪਣੇ ਤਰੀਕੇ ਨਾਲ ਹੀ ਉਹ ਕੰਮ ਕਰਨਾ ਚਾਹੁੰਦਾ। ਲੈਟ them do it the way they wanted to do it. Just announce, make an announcement, deliver a speech, whatever media is available. ਦੱਸੋ, ਕਿਉਂਕਿ ਤੁਸੀਂ ਆਪ ਗਿਲਟੀ ਨਹੀਂ ਫੀਲ ਕਰੋਗੇ ਜਦੋਂ ਤੁਸੀਂ ਦੱਸੋਗੇ ਕਿਸੇ ਨੂੰ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਲੱਗ ਰਹੀਆਂ ਜਿੱਧਰੇ ਵੱਲ ਪੰਜਾਬ ਵੱਧ ਰਿਹਾ, ਕਿਉਂਕਿ ਹੁਣ ਤੁਸੀਂ ਦੇਖੋ ਕਿ ਜਿੰਨੇ ਮਿਨਿਸਟਰ ਨੇ, ਜਿੰਨੇ MLA ਨੇ, ਜਦੋਂ ਉਹ ਬਣਦੇ ਆ ਉਹਨਾਂ ਦੀ ਜਾਇਦਾਦ ਜਿਹੜੀ ਹੈ ਉਹ ਕਿਸੇ ਦੀ 4 ਗੁਣਾ, ਕਿਸੇ ਦੀ 10 ਗੁਣਾ, ਕਿਸੇ ਦੀ ਇਵਨ ਕਿ ਇੱਕ ਬੰਦੇ ਦੀ ਮੇਰੇ ਕੋਲੇ ਪੂਰੀ ਹਿਸਟਰੀ ਹੈ, ਉਹਦੀ 26 ਗੁਣਾ ਤੋਂ ਉੱਤੇ ਜਾਇਦਾਦ ਹੋ ਗਈ ਹੈ, ਪਰ ਉਹਨੇ ਸਾਰੀ ਬਾਹਰ ਬਣਾਈ ਹੈ। ਇੰਗਲੈਂਡ ਦੇ ਵਿੱਚ ਬਣਾਈ ਹੈ, ਉਹਨੇ ਦੁਬਈ ਦੇ ਵਿੱਚ ਬਣਾਈ ਹੈ। ਹੁਣ ਤੁਸੀਂ ਦੇਖੋ ਨਾ 3 'ਚ ਨਾ 13 'ਚ ਮੈਡਮ ਅਰੂਸਾ, ਉਹ ਜਦੋਂ ਦਾ ਪੰਜਾਬ ਸਰਕਾਰ ਦੇ ਵਿੱਚ ਕੈਪਟਨ ਸਾਹਿਬ ਮੁੱਖ ਮੰਤਰੀ ਬਣੇ ਨੇ, ਉਹਨਾਂ ਦੇ ਨਾਲ ਹੀ ਨਾਲ ਆ। ਜਿਸ ਬੰਦੇ ਨੇ ਸਾਰੀ ਜ਼ਿੰਦਗੀ ਆਪਣੇ ਦੇਸ਼ 'ਚ ਗੁਜ਼ਾਰੀ ਹੋਵੇ ਤੇ ਉਹ ਕਿਸੇ ਲਾਲਚ ਨੂੰ ਤਾਂ ਇੱਥੇ ਬੈਠਾ, ਤੇ ਤੁਹਾਨੂੰ ਤਾਂ ਇਹ ਵੀ ਸ਼ਰਮ ਨਹੀਂ ਆਈ ਕਿ ਤੁਸੀਂ ਇਹ ਆਵਾਜ਼ ਚੱਕੋ ਜਾਂ ਤੁਹਾਡਾ ਮੀਡੀਆ ਇਹ ਆਵਾਜ਼ ਚੱਕੇ ਕਿ ਇਹ ਜਨਾਨੀ ਵਿਜ਼ਟਰ ਵੀਜ਼ੇ ਤੇ ਆ ਕੇ ਪੰਜਾਬ ਸਰਕਾਰ ਦੇ 50% ਤੋਂ ਉੱਤੇ ਕੰਟਰੋਲ ਆਪਣੇ ਹੱਥ 'ਚ ਲਈ ਬੈਠੀ ਹੈ। ਕਿਸੇ BDPO ਦੀ ਬਦਲੀ ਕਰਨੀ ਹੈ, ਕਿਸੇ DDPO ਦੀ ਬਦਲੀ ਕਰਨੀ ਹੈ, ਤਹਿਸੀਲਦਾਰ ਦੀ ਬਦਲੀ ਕਰਨੀ ਹੈ, DGP ਲਾਉਣਾ, DGP ਦੀ ਘਰ ਵਾਲੀ ਲਾਉਣੀ ਹੈ, ਯੂ ਨੇਮ ਇਟ। ਮੇਰੇ ਤੋਂ ਨਾ ਕਹਾਓ, ਸਾਰੀਆਂ ਗੱਲਾਂ ਤੁਹਾਨੂੰ ਵੀ ਪਤਾ ਨੇ ਕਿ ਇਹ ਹੁਕਮ ਅਦੂਲੀ ਕਿੱਥੋਂ ਹੁੰਦੀ ਹੈ, ਕੌਣ ਲਵਾਉਂਦਾ, ਕਿਹਦੇ ਖਾਤੇ 'ਚ ਪੈਸੇ ਜਾਂਦੇ ਨੇ, ਤੇ ਉਹ ਪੈਸੇ ਕਿਵੇਂ ਚੈਰਿਟੀਆਂ ਦੇ ਵਿੱਚ ਬਲੈਕ ਮਨੀ ਦਾ ਵਾਈਟ ਹੋ ਕੇ ਬਾਹਰਲੇ ਕੰਟਰੀਆਂ 'ਚ ਕਿਵੇਂ ਪਹੁੰਚਦੇ ਨੇ, ਕਿਹੜੇ ਬੰਦੇ ਕੀ ਰੋਲ ਪਲੇ ਕਰਦੇ ਆ। ਆਉਣ ਵਾਲਾ ਸਮਾਂ ਜਿਹੜਾ ਜਦੋਂ ਇਲੈਕਸ਼ਨ ਦੇ ਨੇੜੇ ਆਇਆ ਨਾ, ਤਾਂ ਜਿਹੜੇ ਕਾਲੇ ਚਿੱਠੇ ਨੇ ਉਹ ਸਾਰੇ ਤਿਆਰ ਕਰਕੇ, ਇਹ ਨਾ ਸੋਚੋ ਕਿ ਅਸੀਂ ਚੁੱਪ ਕਰਕੇ ਬੈਠ ਗਏ, ਉਹ ਸਾਰੀਆਂ ਚੀਜ਼ਾਂ ਤਿਆਰ ਕਰੀ ਬੈਠੇ ਆ। ਹੋਕਾ ਫੇਰ ਦਵਾਂਗੇ ਇੱਕ ਵਾਰ, ਫਿਰ ਤੁਹਾਨੂੰ ਦੱਸਾਂਗੇ ਕਿ ਕਿਵੇਂ ਕੀ ਹੋਇਆ 5 ਸਾਲਾਂ ਦੇ ਵਿੱਚ। ਬਸ ਇਹੀ ਹੈ। ਨਹੀਂ ਦੇਖੋ, ਖੁਦ ਜਾਗੋ, ਹੋਰਾਂ ਨੂੰ ਜਗਾਓ। ਬਿਲਕੁਲ ਅਸੀਂ ਜਾਗੇ ਹੋਏ ਆ ਤੇ ਅਸੀਂ ਜਗਾਉਣਾ ਚਾਹੁੰਦੇ ਆ, ਪਰ ਜਿਹੜੇ ਸੁੱਤੇ ਨੇ ਉਹ ਜਾਗਣਾ ਨਹੀਂ ਚਾਹੁੰਦੇ, ਉਹਨਾਂ ਦਾ ਤਾਂ ਅਸੀਂ ਇਲਾਜ ਨਹੀਂ ਨਾ ਕਰ ਸਕਦੇ। ਜੇ ਉਹ ਸੌਂ ਕੇ ਖੁਸ਼ ਨੇ, ਲੁੱਟ ਕੇ ਖੁਸ਼ ਨੇ, ਤੇ ਉਹ ਆਪਣੀ ਮੌਜਾਂ ਮਾਰਨ। ਫਿਰ ਜਿਨ੍ਹਾਂ ਨੂੰ ਜ਼ਿੰਦਗੀ ਨਹੀਂ ਚੰਗੀ ਲੱਗਦੀ ਤਾਂ ਉਹ ਫਿਰ ਜੇ ਮੌਤ ਨੂੰ ਆਪਣੇ ਗਲੇ ਲਾਉਂਦੇ ਆ ਤਾਂ ਲਾਉਣ, ਪਰ ਫਿਰ ਕਿਸੇ ਦਾ ਕਸੂਰ ਨਾ ਕੱਢਣ, ਕਿ ਇਹ ਨਾ ਕਹਿਣ ਕਿ ਮਿਨਿਸਟਰ ਫਲਾਣਾ ਮਾੜਾ, MLA ਮਾੜਾ। ਦੇਖੋ, ਜਿਹੜਾ ਚੋਰ ਹੈ ਜਾਂ ਠੱਗ ਹੈ, ਉਹਦਾ ਇੱਕ ਪ੍ਰੋਫੈਸ਼ਨ ਹੈ, ਉਹਨੇ ਲੁੱਟਣਾ, ਉਹਨੇ ਚੋਰੀ ਕਰਨੀ, ਉਹਨੇ ਠੱਗੀ ਮਾਰਨੀ, ਪਰ ਜੇ ਉਹਨੂੰ ਮੌਕਾ ਮਿਲੂਗਾ ਫੇਰ ਹੀ ਕਰੂਗਾ ਨਾ। ਤੁਸੀਂ ਉਹਨਾਂ ਨੂੰ ਮੌਕਾ ਦਿੰਦੇ ਹੋ, ਉਹ ਪ੍ਰੋਫੈਸ਼ਨਲ ਬੰਦੇ ਨੇ, ਇਸ ਕੰਮ ਦੇ ਮਾਹਰ ਨੇ, ਪਰ ਜੇ ਤੁਸੀਂ ਮੌਕਾ ਨਹੀਂ ਦਿੰਦੇ, ਹੁਣ ਕਈ ਬੰਦੇ ਮੌਕਾ ਨਹੀਂ ਦਿੰਦੇ, ਉਹਨਾਂ ਦੇ ਘਰੇ ਚੋਰੀ ਨਹੀਂ ਕਰਨ ਆਉਂਦੇ, ਉਹਨਾਂ ਦੇ ਛਿੱਤਰ ਤੋਂ ਇੰਨਾ ਡਰਦੇ, ਤੁਸੀਂ ਉਹਨਾਂ ਨੂੰ ਮੌਕਾ ਦਿੰਦੇ ਹੋ, ਤੁਹਾਡੇ ਤੇ ਉਹ ਵਾਰ ਕਰਦੇ ਨੇ। ਸੋ ਗੱਲ ਮੌਕੇ ਦੀ ਹੈ ਕਿ ਤੁਸੀਂ ਜਾਗੇ ਹੋਏ ਹੋ, ਅਗਲੇ ਨੂੰ ਪਤਾ ਕਿ ਡਾਂਗ ਲੈ ਕੇ ਦਰਵਾਜ਼ੇ 'ਚ ਆ ਜਾਣਾ ਹੈ, ਤੇ ਜੇ ਅਸੀਂ ਚੋਰੀ ਕੀਤੀ, ਲਾਈਟ ਵੀ ਮੱਚਦੀ ਹੈ ਤੇ ਬੰਦਾ ਵੀ ਜਾਗਦਾ, ਖੰਘ ਵੀ ਰਿਹਾ ਅੰਦਰ, ਚੋਰ ਦੀ ਹਿੰਮਤ ਨਹੀਂ ਹੁੰਦੀ ਕਿ ਉਹ ਵੜ ਜੇ।
ਕਈਆਂ ਦੇ ਕੁੱਤੇ ਇੰਨੇ ਵਧੀਆ ਨੇ ਕਿ ਤੁਸੀਂ ਗੇਟ ਨੂੰ ਹੱਥ ਪਾਇਆ ਨਹੀਂ ਤੇ ਉਹਨਾਂ ਨੇ ਭੌਂਕਣਾ ਸ਼ੁਰੂ ਕਰ ਦੇਣਾ। ਇਹਦਾ ਮਤਲਬ ਉਹ ਜਾਗਦੇ ਨੇ, ਉਹ ਚੋਰੀ ਹੋਣ ਨਹੀਂ ਦਿੰਦੇ। ਤੁਸੀਂ ਚੋਰੀ ਹੋਣ ਦਿੱਤੀ ਹੈ ਤਾਂ ਤੁਹਾਡੇ ਚੋਰੀ ਹੋਈ ਹੈ। ਮੈਂ ਕੈਪਟਨ ਸਾਹਿਬ ਦਾ, ਅਰੂਸਾ ਦਾ, ਹੋਰ ਮੰਤਰੀਆਂ ਦਾ, ਸਰਕਾਰ ਦਾ ਇੰਨਾ ਕਸੂਰ ਨਹੀਂ ਮੰਨਦਾ, ਨਾ ਮੂਸੇ ਵਾਲੇ ਦਾ ਕਸੂਰ ਮੰਨਦਾ, ਕਿਉਂਕਿ ਤੁਸੀਂ ਉਸ ਖਾਈ 'ਚ ਡਿੱਗਣਾ ਚਾਹੁੰਦੇ ਹੋ ਜਿੱਥੇ ਮੌਤ ਹੈ। ਉਹਨਾਂ ਬੰਦਿਆਂ ਨੇ ਤਾਂ ਡਿੱਗਣ ਦਾ ਪ੍ਰੋਫੈਸ਼ਨ ਹੈ। ਅਗਲੇ ਬੰਦੇ ਨੇ ਤਾਂ ਇੱਕ ਚੀਜ਼, ਤੁਹਾਨੂੰ ਇੱਕ ਆਈਟਮ ਪੇਸ਼ ਕਰਨੀ ਹੈ, ਉਹਦੇ ਤੋਂ 15-20 ਲੱਖ ਰੁਪਇਆ ਬਣਾ ਲੈਣਾ। ਹੁਣ ਤੁਸੀਂ ਜ਼ਹਿਰੀਲੀ ਚੀਜ਼ ਜਿਹੜੀ ਹੈ ਲੈ ਕੇ ਆਪਣੇ ਅੰਦਰ ਗ੍ਰੈਸਪ ਕਰ ਰਹੇ ਹੋ, ਨਿਗਾਰ ਰਹੇ ਹੋ, ਤਾਂ ਉਹਨੇ ਜ਼ਹਿਰ ਹੀ ਫੈਲਾਉਣਾ, ਅੰਦਰ ਤੁਹਾਨੂੰ ਮਾਰਨਾ ਹੀ ਹੈ। ਇਹ ਉਹਨਾਂ ਦਾ ਕੋਈ ਕਸੂਰ ਨਹੀਂ, ਉਹ ਕਸੂਰਵਾਰ ਨਹੀਂ, ਉਹਨਾਂ ਦਾ ਪ੍ਰੋਫੈਸ਼ਨ ਹੈ। ਜਿਹੜੇ ਨੇਤਾ ਇੰਡੀਆ ਦੇ ਵਿੱਚ ਅੰਗਰੇਜ਼ਾਂ ਦੇ ਛੱਡਣ ਤੋਂ ਬਾਅਦ ਬਣੇ ਨੇ, ਉਹ ਪ੍ਰੋਫੈਸ਼ਨਲ ਚੋਰ ਨੇ, ਉਹ ਪ੍ਰੋਫੈਸ਼ਨਲ ਲੁਟੇਰੇ ਨੇ। ਨੇਤਾ ਬਦਲਣਾ ਤੁਹਾਡਾ ਕੰਮ ਸੀ, ਤੁਸੀਂ ਆਪਣਾ ਕੰਮ ਕੀਤਾ ਨਹੀਂ। ਹੁਣ ਭਾਵੇਂ ਗਲ ਫਰਾਹਾ ਲੈ ਕੇ ਮਰੋ, ਭਾਵੇਂ ਕੋਈ ਟੀਕਾ ਲਾ ਕੇ ਮਰੋ, ਭਾਵੇਂ ਕੋਈ ਜ਼ਹਿਰੀਲੀ ਦਵਾਈ ਪੀ ਕੇ ਮਰੋ, ਇਹ ਤਾਂ ਤੁਸੀਂ ਅੱਜ ਨਹੀਂ ਕਰਨਾ ਤਾਂ ਕੱਲ ਕਰਨਾ। ਪਹਿਲਾਂ ਛੋਟੇ ਬੰਦੇ ਮਰੇ ਨੇ, ਹੁਣ ਵੱਡੇ ਬੰਦੇ ਮਰਨਗੇ। ਹੁਣ ਕਰੋਨਾ ਦੇ ਬਹਾਨੇ ਦੇ ਵਿੱਚ ਸਰਕਾਰ ਦੀਆਂ ਬਹੁਤ ਖਾਮੀਆਂ ਛੁਪ ਗਈਆਂ, ਤੁਹਾਨੂੰ ਪਤਾ ਵੀ ਨਹੀਂ, ਨਾ ਕੋਈ ਮੀਡੀਆ ਰੌਲਾ ਪਾਉਂਦਾ। ਇਹ ਸਾਰੇ ਝੋਲੀ ਚੱਟ ਬੰਦੇ ਨੇ। ਇਹਨਾਂ ਨੇ ਇੰਨੇ ਕੁ ਲੰਡਰ ਬੰਦੇ ਚੂਜ਼ ਕਰ ਲਏ, ਇਹ ਉਹਨਾਂ ਨੂੰ ਹੀ ਚਲਾਈ ਜਾਂਦੇ ਆ ਜਿਨ੍ਹਾਂ ਦੇ ਕੋਲ ਕੋਈ ਗਿਆਨ ਨਹੀਂ, ਕੋਈ ਉਹਨਾਂ ਨੇ ਚੱਜ ਦੀ ਗੱਲ ਨਹੀਂ ਕਰਨੀ, ਸਿਰਫ ਤੇ ਸਿਰਫ ਇੰਟਰਟੇਨਮੈਂਟ ਕਰਦੇ ਆ ਬਕਵਾਸ ਮਾਰ ਕੇ। ਤੇ ਉਹ ਵੱਡੇ ਲੈਵਲ ਤੇ ਹਾਈਲਾਈਟ ਹੋਣੇ ਚਾਹੀਦੇ ਨਹੀਂ, ਇਹ ਵੀ ਜ਼ਹਿਰ ਹੈ, ਪਰ ਇਹ ਹੋਮਿਓਪੈਥੀ ਜ਼ਹਿਰ ਹੈ ਜਿਹੜੀ ਹੌਲੀ ਹੌਲੀ ਤੁਹਾਨੂੰ ਪਤਾ ਲੱਗੂਗੀ। ਜੇ ਤੁਸੀਂ ਜਾਗੇ ਹੋਵੋਗੇ ਤਾਂ ਤੁਹਾਨੂੰ ਪਤਾ ਹੋਊਗਾ, ਜੇ ਤੁਸੀਂ ਨਹੀਂ ਜਾਗੇ ਹੈਗੇ, ਸੁੱਤੇ ਪਏ ਹੋ, ਤਾਂ ਤੁਹਾਡੇ ਜਿਹੜਾ ਮਰਜ਼ੀ ਜ਼ਹਿਰ ਦੇ ਟੀਕੇ ਲਾਈ ਜਾਵੇ। ਕਿਸੇ ਦਾ ਸਾਲ ਮਗਰੋਂ ਡੈਥ ਹੋ ਜਾਣੀ ਹੈ, ਕਿਸੇ ਦੀ 4 ਸਾਲ ਮਗਰੋਂ ਡੈਥ ਹੋ ਜਾਣੀ ਹੈ, ਪਰ ਮੌਤ ਸੁਭਾਵਿਕ ਹੈ, ਇਹ ਪੱਕੀ ਹੈ, ਇਹ ਹੋਣੀ ਹੈ। ਅਸੀਂ ਇਹ ਗੱਲਾਂ ਕਰਦੇ ਰਹਿਣਾ, ਸਾਡੇ ਫਰਜ਼ ਨੇ, ਅਸੀਂ ਸਮਾਜ ਪ੍ਰਤੀ ਇਹ ਫਰਜ਼ ਸਮਝਦੇ ਹਾਂ ਆਪਣੇ। ਤੇ ਤੁਸੀਂ ਸੁਣਨਾ ਨਹੀਂ ਸੁਣਨਾ, ਇਹਦਾ ਸਾਡੇ ਤੇ ਕੋਈ ਅਸਰ ਨਹੀਂ, ਕਿਉਂਕਿ ਅਸੀਂ ਤੁਹਾਡੀ ਪਿਓ ਦੀ ਟਰੈਲੀ ਤੇ ਜਾਂ ਤੁਹਾਡੇ ਪਿਓ ਦੀ ਛੱਤ ਤੇ ਮਕਾਨ ਦੀ ਤੇ ਖੜ ਕੇ ਅਸੀਂ ਨਹੀਂ ਬੋਲਦੇ, ਅਸੀਂ ਆਪਣੀ ਸਟੇਜ ਤੇ ਬੋਲਦੇ ਹਾਂ। ਸੋ this is the way I am. I'm gonna awake you whenever I get the chance. It is up to you whether you wanted to wake up or not. That's not my problem. My problem is I am gonna say what I wanted to say through social media, through anything I get. मैं हर एक चीज ਦਾ इस्तेमाल करूंगा, यूज करूंगा। ਮੈਨੂੰ ਕੋਈ ਤੁਹਾਡੀਆਂ ਗਾਲਾਂ ਨਾਲ, ਕੋਈ ਤੁਹਾਡੀਆਂ ਧਮਕੀਆਂ ਨਾਲ, ਕੋਈ ਤੁਹਾਡੇ ਗਿੱਦੜ ਚਿੱਠੀਆਂ ਨਾਲ, ਮੈਸੇਜ ਨਾਲ ਮੇਰਾ ਕੋਈ ਫਰਕ ਨਹੀਂ ਪੈਂਦਾ। ਪਹਿਲੀ ਗੱਲ ਤਾਂ ਨਾ ਮੈਂ ਕਮੈਂਟ ਪੜਾਂ ਤੇ ਨਾ ਮੈਂ ਮੈਸੇਜ ਪੜਾਂ। ਮੈਂ ਤਾਂ ਜਿਹੜੇ ਹਮ ਖਿਆਲੀ ਬੰਦੇ ਨੇ ਉਹਨਾਂ ਦੀ ਕਦੇ ਮੈਂ ਗੱਲ ਸੁਣ ਲੈਣਾ, ਉਹ ਸੁਣ ਕੇ ਹੱਸ ਪੈਣਾ ਹੁੰਨਾ ਤੇ ਮੈਨੂੰ ਅੱਛੀ ਲੱਗਦੀ ਹੈ। ਜਿਵੇਂ ਹੁਣ ਰਾਜ ਰਾਜਾ, ਮੈਂ ਇਹਨੂੰ ਪਿਆਰ ਕਰਦਾ, ਛੋਟੇ ਵੀਰ ਨੂੰ, ਹੈ ਨਾ। ਉਪਿੰਦਰ ਸ਼ੈਲੀ ਹੈ, ਵਧੀਆ ਸੋਚ ਦੇ ਮਾਲਕ ਨੇ, ਮੈਂ ਬਹੁਤ ਪਿਆਰ ਕਰਦਾ। ਤੇ ਸਾਡਾ ਤਾਂ ਕੰਮ ਹੈਗਾ ਤਾਨਾਸ਼ਾਹਾਂ ਦੇ ਨਾਲ ਅੜ ਕੇ ਖੜੇ ਹੋ ਜਾਣਾ, ਉਹਨਾਂ ਨੂੰ ਚੈਲੰਜ ਕਰਨਾ ਕਿ ਆਓ। ਹੁਣ ਪੰਜਾਬ ਦਾ ਕੋਈ ਵੀ ਮੰਤਰੀ ਹੈ, ਮੈਨੂੰ ਇੰਟਰਵਿਊ ਦੇਣ ਵਾਸਤੇ ਤਿਆਰ ਨਹੀਂ ਹੁੰਦਾ ਟੈਲੀਵਿਜ਼ਨ ਤੇ। ਮੇਰੇ ਕੋਲੇ ਕੋਈ ਕਾਪੀ ਪੈਨ ਨਹੀਂ ਹੁੰਦਾ, ਮੇਰੇ ਕੋਲੇ ਕੋਈ ਚੀਜ਼ ਨਹੀਂ ਹੁੰਦੀ, ਪਰ ਮੈਨੂੰ ਸਾਰੀਆਂ ਚੀਜ਼ਾਂ, ਸਾਰੇ ਘਪਲੇ ਉਹਨਾਂ ਦੇ ਜ਼ਬਾਨੀ ਯਾਦ ਨੇ। ਕਈ ਲੀਡਰਾਂ ਦੇ ਮੈਨੂੰ ਨਾਮ ਵੀ ਯਾਦ ਨਹੀਂ, ਪਰ ਮੈਨੂੰ ਉਹਨਾਂ ਦੇ ਘਪਲੇ ਯਾਦ ਨੇ। ਮੈਂ ਬਿਨਾਂ ਲਿਖੇ ਪੜ੍ਹੇ, ਬਿਨਾਂ ਕੋਈ ਕਾਪੀ ਲਏ, ਤਾਂ ਉਹਨਾਂ ਨੂੰ ਜੇ ਕਿਤੇ ਮੈਨੂੰ ਮੌਕਾ ਮਿਲ ਜੇ ਤਾਂ ਆ ਜਾਣਗੇ, ਪਰ ਉਹ ਮੇਰੇ ਮੂਹਰੇ ਆਉਣਗੇ ਨਹੀਂ ਕਦੇ ਵੀ। ਸੋ ਇਸ ਕਰਕੇ ਮੈਂ ਆਪਣੀ ਸਟੇਜ ਯੂਜ਼ ਕਰਕੇ ਕੱਲੇ ਬੰਦੇ ਨੂੰ ਗੇੜਾ ਦਊਂਗਾ। ਹੁਣ ਮੈਂ ਤਾਂ ਨਹੀਂ ਦਿੰਦਾ ਕਿਉਂਕਿ ਕੱਲ ਦੀ ਗੱਲ ਤਾਂ ਤੁਹਾਨੂੰ ਯਾਦ ਨਹੀਂ ਰਹਿੰਦੀ। 1.5 ਸਾਲ ਤੱਕ ਤੁਸੀਂ ਕਿਵੇਂ ਯਾਦ ਕਰੋਗੇ? ਭੁਲੱਕੜ ਇੰਨੇ ਹੋ ਗਏ ਹੋ, ਅੱਧੇ ਕ ਨਸ਼ੇ ਨੇ ਭੁਲੱਕੜ ਕਰ ਦਿੱਤੇ ਆ, ਅੱਧੇ ਕਿਹੇ ਚੱਕ ਦਾਂਗੇ, ਮਾਰ ਦਾਂਗੇ, ਮੈਂ ਆ ਗਿਆ ਜੀ, ਮੈਂ ਨਹੀਂ ਡਰਦਾ ਕਿਸੇ ਤੋਂ, ਮੈਂ ਸ਼ਰੀਕਾਂ ਨੂੰ ਉਹ ਕਰ ਦੇਣਾ। ਸਾਲਿਓ, ਕੁੱਤਿਓ, ਸ਼ਰੀਕ ਕੌਣ ਹੁੰਦੇ ਆ? ਤੁਹਾਡੇ ਚਾਚੇ ਤਾਏ ਹੁੰਦੇ ਆ, ਤੁਹਾਡੇ ਭੈਣ ਭਾਈ ਹੁੰਦੇ ਆ, ਉਹਨਾਂ ਨੂੰ ਤੁਸੀਂ ਚੱਕ ਦੋਗੇ, ਮਾਰ ਦੋਗੇ। ਜ਼ਿਆਦਾ ਜੇ ਤੁਹਾਡਾ ਦਮ ਹੈਗਾ ਨਾ, ਤਾਂ ਤੁਸੀਂ ਸਿਰਫ ਤੇ ਸਿਰਫ ਉਹਨਾਂ ਲੋਕਾਂ ਨਾਲ ਤੁਸੀਂ ਗੱਲ ਕਰਿਆ ਕਰੋ ਜਿਹੜੇ ਲੋਕ ਤੁਹਾਡੇ ਦੁਸ਼ਮਣ ਨੇ। ਚਾਈਨਾ, ਹੋਰ
ਜਿੱਥੋਂ ਦੀ ਆਰਮੀ ਜਿਹੜੀ ਹੈ ਨਾ ਉਹ ਤੁਹਾਡੇ ਉੱਤੇ ਅਟੈਕ ਕਰਦੀ ਹੈ, ਉੱਥੇ ਜਾ ਕੇ ਤੁਸੀਂ ਆਪਣੀ ਬਹਾਦਰੀ ਦਿਖਾਓ, ਫਿਰ ਸਵਾਦ ਆਊਗਾ। ਅੱਜ ਵਾਸਤੇ ਇੰਨਾ ਕਾਫੀ ਹੈ। ਹੁਣ ਮੇਰਾ ਅਕਾਊਂਟ ਚੱਲ ਗਿਆ, ਇਹਨੂੰ ਸ਼ੇਅਰ ਕਰ ਲਿਓ ਜੇ ਤੁਸੀਂ ਚੰਗਾ ਸਮਝਦੇ ਹੋ, ਤੇ ਅਦਰਵਾਈਜ਼ ਅਸੀਂ ਅਗਲੇ ਵਾਰੀ ਜਿਹੜਾ ਹੈ ਨਾ ਪੂਰੇ ਤਾਮੇ ਜਾਮੇ ਦੇ ਨਾਲ ਟਰੱਕ ਭਰ ਕੇ ਲੈ ਕੇ ਆਵਾਂਗੇ, ਤੇ ਮੇਰਾ ਖਿਆਲ ਹੈ ਕਿ ਤੁਸੀਂ ਲਾਈਕ ਕਰੋਗੇ। ਅਗਲੇ ਲਾਈਵ ਦੇ ਵਿੱਚ ਫਿਰ ਬੈਠ ਕੇ ਸਾਰੀਆਂ ਗੱਲਾਂ ਕਰਾਂਗੇ ਕਿ ਸਰਕਾਰਾਂ, ਇਹ ਅਧਿਕਾਰੀ ਜਿਨ੍ਹਾਂ ਦੇ ਹੱਥ 'ਚ ਪਾਵਰ ਹੈ, ਇਹ ਤੁਹਾਡੇ ਟੀਕੇ ਹੋਮਿਓਪੈਥੀ ਦੇ ਕਿਵੇਂ ਕਿਵੇਂ ਲਾ ਰਹੇ ਨੇ। ਚੜ੍ਹਦੀ ਕਲਾ, ਭੁੱਲ ਚੁੱਕ ਦੀ ਮਾਫੀ। ਥੈਂਕ ਯੂ, ਸਤਿ ਸ਼੍ਰੀ ਅਕਾਲ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।